गुरु गोविंद सिंह जी ने तो खुद गोविंद रामायण लिखी है। अलग अलग रामायणों में गुरु गोविंद सिंह जी ने तो खुद गोविंद रामायण लिखी है। मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोविंद सिंह जी। आज का दिन तो इतना सौभाग्यशाली है जिसका वर्णन नहीं हो सकता। उसी परमात्मा का स्वरूप है वो राम पतित पावन। पतित पावन गुरु गोविंद सिंह जी ने तो खुद गोविंद रामायण लिखी है। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ ਤੇ ਜਿਸ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਮਿਊਨਿਟੀ ਵਿੱਚ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਉਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ 2 ਦਿਨ ਸਾਥ ਦਿੰਦੇ ਨੇ ਕੁਲਦੀਪ ਸਿੰਘ ਜੀ। ਸੋ ਮੰਗਲਵਾਰ ਤੇ ਸ਼ੁੱਕਰਵਾਰ ਇਹਨਾਂ ਦਾ ਮੇਰੇ ਨਾਲ ਸਾਥ ਹੁੰਦਾ ਆ। ਸੋ ਅੱਜ ਇੱਕ ਖਾਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਜੁੜੇ ਹਾਂ। ਤੁਸੀਂ ਸਾਰੇ ਜਾਣਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿੰਜ ਬਾਰ-ਬਾਰ ਸਾਡੇ ਧਰਮ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਿਤੇ ਨਾ ਕਿਤੇ ਜਦੋਂ ਕੋਈ ਮੁੱਦਾ ਜਿਹੜਾ ਭੜਕਦਾ ਆ ਉਹਨੂੰ ਕਿਤੇ ਨਾ ਕਿਤੇ ਰਾਹਤ ਮਿਲਦੀ ਆ, ਲੋਕਾਂ ਦਾ ਧਿਆਨ ਇੱਕ ਪਾਸਿਓਂ ਹਟਦਾ, ਲੋਕੀ ਕਿਸੇ ਚੰਗੇ ਕਾਰਜ ਵੱਲ ਚੱਲਣ ਦੀ ਸ਼ੁਰੂਆਤ ਕਰਦੇ ਆ ਤੇ ਉਸੇ ਵਕਤ ਮੰਨੀਆਂ ਪਰਮੰਨੀਆਂ ਜਿਹੜੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਆ ਕਿ ਸਾਡਾ ਦੇਸ਼ ਚਲਾ ਰਹੇ ਆ, ਸੋ ਉਹਨਾਂ ਲੋਕਾਂ ਵੱਲੋਂ ਇਹੋ ਜਿਹੀਆਂ ਸਟੇਟਮੈਂਟਾਂ ਦੇ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਫਿਰ ਤੋਂ ਹਿਰਦੇ ਵਲੂੰਦਰੇ ਜਾਂਦੇ ਆ। ਸੋ ਕਦੋਂ ਤੱਕ ਇਹ ਹੋਣਾ ਆ, ਕਿਉਂ ਹੋ ਰਿਹਾ ਹੈ, ਆਖਰ ਇਹ ਕਦੋਂ ਜਾ ਕੇ ਮੁੱਕਣਾ ਆ। ਸੋ ਅੱਜ ਇਸ ਤੇ ਗੱਲਬਾਤ ਹੋਊਗੀ। ਸਾਡੇ ਸਕਰੀਨ ਤੇ ਨੰਬਰ ਆ ਰਹੇ ਨੇ, ਤੁਹਾਡੇ ਕੀ ਵਿਚਾਰ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਵੀ ਸਾਡੇ ਨਾਲ ਸ਼ੋਅ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਫੇਸਬੁੱਕ ਤੇ ਤੁਸੀਂ ਕਮੈਂਟ ਕਰ ਸਕਦੇ ਹੋ, ਉੱਥੋਂ ਵੀ ਅਸੀਂ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਨੂੰ ਸ਼ਾਮਲ ਕਰਾਂਗੇ ਸ਼ੋਅ ਦੇ ਵਿੱਚ। ਸੋ ਕੁਲਦੀਪ ਸਿੰਘ ਜੀ ਮੇਰੇ ਨਾਲ ਨੇ, ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਹਾਂਜੀ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਅੱਜ ਤੁਸੀਂ ਆਏ ਔਰ ਜਿਹੜਾ ਅਸੀਂ ਪ੍ਰੋਮੋ ਸ਼ੋਅ ਦੇ ਸ਼ੁਰੂਆਤ ਤੋਂ ਪਹਿਲਾਂ ਜਿਹੜਾ ਦਿਖਾਇਆ ਜੀ ਕਿ ਉਹ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ ਕਿ ਹਰ ਵਾਰ ਕੁਛ ਨਾ ਕੁਛ ਇਹੋ ਜਿਹੀ ਚੋਟ ਕਰ ਦਿੱਤੀ ਜਾਂਦੀ ਆ ਤੇ ਲੋਕੀ ਫਿਰ ਭੜਕ ਉੱਠਦੇ ਆ ਜੀ, ਤੇ ਜਦੋਂ ਥੋੜੀ ਜੀ ਸ਼ਾਂਤੀ ਹੁੰਦੀ ਆ ਫਿਰ ਕੋਈ ਇਹੋ ਜਿਹੀ ਸਟੇਟਮੈਂਟ ਅੱਗੇ ਆ ਜਾਂਦੀ ਆ। ਜੀ ਬਿਲਕੁਲ ਜੀ। ਆਪਾਂ ਅੱਜ ਖਾਸ ਕਰਕੇ ਇਸੇ ਵਿਸ਼ੇ ਤੇ ਕੇਂਦਰਿਤ ਰਾਂਗੇ ਜੀ, ਗੱਲਬਾਤ ਕਰਾਂਗੇ ਕਿ ਜਿਹੜਾ 5 ਅਗਸਤ ਵਾਲੇ ਦਿਨ ਜੀ ਬਿਲਕੁਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਨਾਂ ਨੇ ਰਾਮ ਜਨਮ ਭੂਮੀ ਦੇ ਉੱਤੇ ਜਿਹੜਾ ਨੀਂਹ ਪੱਥਰ ਰੱਖਿਆ, ਉਹਦੀ ਪੂਜਾ ਕਰਵਾਈ ਹੈ। ਉਹਦੇ ਉੱਤੇ ਅੱਜ ਵਿਸ਼ੇਸ਼ ਚਰਚਾ ਹੋਏਗੀ, ਗੱਲਬਾਤ ਹੋਏਗੀ। ਪਰ ਇਸ ਤੋਂ ਪਹਿਲਾਂ ਚਰਚਾ ਕਰਨ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਜੀ, ਉਸ ਬਾਰੇ ਮੇਰਾ ਖਿਆਲ ਹੈ ਵੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਸਾਂਝੀ ਕਰ ਦਈਏ ਗੱਲਬਾਤ ਜੀ ਕਿ ਕੋਝੀਕੋਡ ਇੰਟਰਨੈਸ਼ਨਲ 에ਅਰਪੋਰਟ ਹੈ ਜੀ ਬਿਲਕੁਲ, ਜਿਹੜਾ ਕਲਕੱਤਾ ਕੇਰਲਾ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ। ਇੱਕ ਉਡਾਨ 191 ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਆ ਰਹੀ ਸੀ ਜੀ, ਤੇ ਲੈਂਡ ਹੋਣ ਲੱਗਿਆ ਉਸ ਉਡਾਨ ਦੇ ਵਿੱਚ ਮੁਸ਼ਕਲ ਆ ਗਈ, ਖਰਾਬੀ ਹੋ ਗਈ, ਰਨਵੇ ਤੋਂ ਕ੍ਰਾਸ ਕਰ ਗਈ, ਜਿੱਥੇ ਜਾ ਕੇ ਜਿਹੜਾ ਜਹਾਜ਼ ਹੈ ਉਹਦੇ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਹੁਣ ਤੱਕ ਕਿ ਉਹਦੇ 2 ਟੋਟੇ ਹੋ ਗਏ ਔਰ ਉਹਦੇ ਵਿੱਚ ਤਕਰੀਬਨ ਜਿਹੜੀ ਹੁਣ ਤੱਕ ਖਬਰ ਆ ਰਹੀ ਹੈ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 138 ਵਿਅਕਤੀ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਬਾਕੀ ਜਿਉਂ-ਜਿਉਂ ਰਿਪੋਰਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਸਾਡੇ ਕੋਲ ਇੱਕ ਫੁਟੇਜ ਵੀ ਪਹੁੰਚੀ ਹੈ, ਮੈਂ ਚਾਹੂੰਗੀ ਸਾਡੀ ਟੈਕਨੀਕਲ ਟੀਮ ਨੂੰ ਕਿ ਫੁਟੇਜ ਜ਼ਰੂਰ ਚਲਾਉਣ ਤਾਂ ਕਿ ਸਾਡੇ ਦੇਖਣ ਵਾਲੇ ਦੇਖ ਸਕਣ ਕਿ ਜਿਹੜਾ ਉਹ ਹਾਦਸਾ ਹੋਇਆ ਆ। ਜੀ ਜੀ इस वक्त की वड्डी खबर केरल के कोझीकोड एयरपोर्ट तो आ रही है। जी हाँ, केरल के कोझीकोड एयरपोर्ट ते ਵੱਡਾ ਹਾਦਸਾ ਵਾਪਰਿਆ। ਦੁਬਈ ਤੋਂ ਆ ਰਿਹਾ 에ਅਰ ਇੰਡੀਆ ਦਾ ਜਹਾਜ਼ ਲੈਂਡਿੰਗ ਦੌਰਾਨ ਫਿਸਲ ਗਿਆ। ਇਸ ਹਾਦਸੇ ਤੋਂ ਬਾਅਦ ਜਹਾਜ਼ ਦੇ 2 ਟੁਕੜੇ ਹੋ ਗਏ ਹਨ। ਜਹਾਜ਼ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। 에ਅਰ ਇੰਡੀਆ ਦੇ ਜਹਾਜ਼ 'ਚ 191 ਲੋਕ ਜਿਹੜੇ ਸਵਾਰ ਸਨ। ਹਾਦਸੇ 'ਚ ਪਾਇਲਟ ਤੇ ਕੋ ਪਾਇਲਟ ਦੀ ਮੌਤ ਦੀ खबर आ रही है। जी हाँ, कोझीकोड एयरपोर्ट ते एयर इंडिया दा जहाज क्रैश होया जिस च पायलट ते को पायलट दी मौत दी खबर आ रही है। केरल च कोझीकोड एयरपोर्ट ते एयर इंडिया दा जहाज रनवे ते फिसलिया जिस कारण वड्डा हादसा वापरिया। रनवे ते जहाज फिसलन तो बाद जहाज क्रैश हो गया ते 2 हिस्सियां च टुट गया। जानकारी मुताबक जहाज
ਦੁਬਈ ਤੋਂ ਆ ਰਿਹਾ ਸੀ, ਜਿਸ 'ਚ 10 ਬੱਚਿਆਂ, 6 ਕਰੂ ਮੈਂਬਰ ਤੇ 180 ਯਾਤਰੀ ਸਵਾਰ ਸਨ। ਇਸ ਹਾਦਸੇ 'ਚ ਪਾਇਲਟ ਤੇ ਕੋ ਪਾਇਲਟ ਦੀ ਮੌਤ ਦੀ ਖਬਰ ਆ ਰਹੀ ਹੈ, ਜਦਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਵਕਤ ਦੀ ਵੱਡੀ ਖਬਰ ਕੇਰਲ ਦੇ ਕੋਝੀਕੋਡ 에ਅਰਪੋਰਟ ਤੋਂ ਆ ਰਹੀ ਹੈ। ਜੀ ਹਾਂ, ਕੇਰਲ ਦੇ ਕੋਝੀਕੋਡ 에ਅਰਪੋਰਟ ਤੇ ਵੱਡਾ ਹਾਦਸਾ ਵਾਪਰਿਆ। ਦੁਬਈ ਤੋਂ ਆ ਰਿਹਾ 에ਅਰ ਇੰਡੀਆ ਦਾ ਜਹਾਜ਼ ਲੈਂਡਿੰਗ ਦੌਰਾਨ ਫਿਸਲ ਗਿਆ। ਇਸ ਹਾਦਸੇ ਤੋਂ ਬਾਅਦ ਜਹਾਜ਼ ਦੇ 2 ਟੁਕੜੇ ਹੋ ਗਏ ਹਨ। ਜਹਾਜ਼ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। 에ਅਰ ਇੰਡੀਆ ਦੇ ਜਹਾਜ਼ 'ਚ 191 ਲੋਕ ਜਿਹੜੇ ਸਵਾਰ ਸਨ। ਹਾਦਸੇ 'ਚ ਪਾਇਲਟ ਤੇ ਕੋ ਪਾਇਲਟ ਦੀ ਮੌਤ ਦੀ ਖਬਰ ਆ ਰਹੀ ਹੈ। ਜੀ ਹਾਂ, ਕੋਝੀਕੋਡ 에ਅਰਪੋਰਟ ਤੇ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ, ਜਿਸ 'ਚ ਪਾਇਲਟ ਤੇ ਕੋ ਪਾਇਲਟ ਦੀ ਮੌਤ ਦੀ ਖਬਰ ਆ ਰਹੀ ਹੈ। ਕੇਰਲ 'ਚ ਕੋਝੀਕੋਡ 에ਅਰਪੋਰਟ ਤੇ 에ਅਰ ਇੰਡੀਆ ਦਾ ਜਹਾਜ਼ ਰਨਵੇ ਤੇ ਫਿਸਲਿਆ, ਜਿਸ ਕਾਰਨ ਵੱਡਾ ਹਾਦਸਾ ਵਾਪਰਿਆ। ਰਨਵੇ ਤੇ ਜਹਾਜ਼ ਫਿਸਲਣ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਤੇ 2 ਹਿੱਸਿਆਂ 'ਚ ਟੁੱਟ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਦੁਬਈ ਤੋਂ ਆ ਰਿਹਾ ਸੀ, ਜਿਸ 'ਚ 10 ਬੱਚਿਆਂ, 6 ਕਰੂ ਮੈਂਬਰ ਤੇ 180 ਯਾਤਰੀ ਸਵਾਰ ਸਨ। ਇਸ ਹਾਦਸੇ 'ਚ ਪਾਇਲਟ ਤੇ ਕੋ ਪਾਇਲਟ ਦੀ ਮੌਤ ਦੀ ਖਬਰ ਆ ਰਹੀ ਹੈ, ਜਦਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕੀਤੀ। ਬਹੁਤ ਹੀ ਮਨ ਦੁਖੀ ਹੁੰਦਾ ਜਦੋਂ ਇਹੋ ਜਿਹੇ ਹਾਦਸੇ ਸਾਡੇ ਸਾਹਮਣੇ ਆਉਂਦੇ ਆ। ਬਿਲਕੁਲ ਬੇਅਣਜਾਣ ਸੀ ਉਹ। ਕਹਿ ਲਓ ਕਿ ਜਿੰਨੇ 191 ਪੈਸੇਂਜਰ ਸੀ, ਸੋਚਿਆ ਵੀ ਨਹੀਂ ਸੀ ਲੈਂਡਿੰਗ ਹੋ ਰਹੀ ਸੀ ਪਲੇਨ ਦੀ। ਜੇ ਅਸੀਂ ਕਹੀਏ ਕਿ 에ਅਰ 'ਚ ਆ ਜਾਂ ਉੱਪਰ ਕੋਈ ਟੈਕਨੀਕਲ ਹੋਈ, ਸੋ ਕਹਿੰਦੇ ਹੁੰਦੇ ਕਿ ਸਮਾਂ ਬਲਵਾਨ ਆ, ਜੋ ਵਾਹਿਗੁਰੂ ਨੇ ਕਰਨਾ, ਜੋ ਉਹਦੇ ਹੱਥ ਵਾਸੇ ਆ, ਜਿਸ ਤਰ੍ਹਾਂ ਇਨਸਾਨ ਦੇ ਨਾਲ ਹੋਣਾ ਆ ਉਹ ਹੋ ਕੇ ਰਹਿੰਦਾ। ਬਿਲਕੁਲ ਲੈਂਡਿੰਗ ਹੋ ਰਹੀ ਸੀ ਫਲਾਈਟ ਜਦੋਂ ਇਹ ਹਾਦਸਾ ਹੋਇਆ। ਪਤਾ ਨਹੀਂ ਕਿੱਥੋਂ ਉਹ ਵਿਅਕਤੀ ਆ ਰਹੇ ਸਨ, ਕਿਵੇਂ ਪਰਿਵਾਰਾਂ ਨੂੰ ਮਿਲਣਾ ਸੀ। ਖਾਸ ਕਰਕੇ ਕੋਵਿਡ ਕਰਕੇ ਲੋਕਾਂ ਦੇ ਅੰਦਰ ਪਹਿਲਾਂ ਹੀ ਬਹੁਤ ਜ਼ਿਆਦਾ ਡਰ ਸੀ। ਲੋਕੀ ਸਟਕ ਬੈਠੇ ਸੀ ਕਿਸੇ ਨਾ ਕਿਸੇ, ਪਤਾ ਨਹੀਂ ਕਿੰਨੇ ਚਿਰ ਬਾਅਦ ਆਪਣੇ ਪਰਿਵਾਰਾਂ ਤੱਕ ਪਹੁੰਚ ਰਹੇ ਸੀ। ਪਰ ਜਿਹੜੀ ਅੱਗੇ ਵੀ ਖਬਰ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਉਸ ਤੋਂ ਬਾਅਦ। ਬਿਲਕੁਲ। ਸੋ ਅੱਜ ਅਸੀਂ ਕੁਲਦੀਪ ਸਿੰਘ ਜੀ ਟੌਪਿਕ ਜਿਹੜਾ ਲੈ ਕੇ ਆਏ ਆ, ਇਸ ਟੌਪਿਕ ਨੇ ਕਿਤੇ ਨਾ ਕਿਤੇ ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿੱਥੇ ਵੀ ਸਿੱਖ ਬੈਠੇ ਨੇ, ਵਸਦੇ ਨੇ, ਉਹਨਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖਤਾ। ਮੈਂ ਹੈਰਾਨ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹੈਗੇ ਆ ਕਿ ਰਾਮਾਇਣ ਜਿਹੜੀ ਸੀ ਉਹ ਗੁਰੂ ਗੋਬਿੰਦ ਸਿੰਘ ਨੇ ਲਿਖੀ ਸੀ ਜੀ। ਔਰ ਫਿਰ ਮੈਨੂੰ ਕਿਤੇ ਲੱਗਾ ਵੀ ਜੇ ਉਹਨਾਂ ਨੇ ਲਿਖੀ ਸੀ ਫਿਰ ਤੁਹਾਨੂੰ ਵੀ ਸਿੱਖ ਹੋਣਾ ਚਾਹੀਦਾ ਸੀ, ਨਰਿੰਦਰ ਮੋਦੀ ਵੀ ਸਿੱਖ ਹੋਣਾ ਚਾਹੀਦਾ ਸੀਗਾ ਜੀ ਜੇ ਰਾਮਾਇਣ ਉਹਨਾਂ ਨੇ ਲਿਖੀ ਸੀ। ਪਰ ਗੱਲ ਇਹ ਆਉਂਦੀ ਆ ਕਿ ਇੱਕ ਉਹਨਾਂ ਨੇ ਕਿਹਾ ਤੇ ਦੂਜੇ ਪਾਸੇ ਪਟਨਾ ਵਾਲੇ ਇਕਬਾਲ ਸੋਂ ਕਹਿ ਰਹੇ ਹੈਗੇ ਆ ਕਿ ਲਵ ਕੁਸ਼ ਦੇ ਵੰਸ਼ ਚੋਂ ਸੀ ਗੁਰੂ ਗੋਬਿੰਦ ਸਿੰਘ ਜੀ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਜਿਹੜੇ ਸਿੱਖ ਇਤਿਹਾਸ ਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾ ਰਹੇ। ਸੋ ਤੁਸੀਂ ਇਹਦੇ ਪਿੱਛੇ ਥੋੜਾ ਜਿਹਾ ਇਤਿਹਾਸ ਤੇ ਜਾ ਕੇ ਸਾਨੂੰ ਥੋੜਾ ਜਿਹਾ ਕਲੀਅਰ ਦੱਸੋ ਇਹਦੇ ਬਾਰੇ ਜੀ। ਅਸਲ ਦੇ ਵਿੱਚ ਤੁਸੀਂ ਕਿਹਾ ਕਿ ਸਿੱਖਾਂ ਦੇ ਹਿਰਦੇ ਵਲੂੰਧਰੇਗਾ, ਇਹਦੇ ਵਿੱਚ ਬੜੀ ਵੱਡੀ ਗਿਣਤੀ ਹੈ ਜਿਹੜੀ ਭਾਰਤ ਦੇ ਵਿੱਚ, ਉਹ ਸਾਡੇ ਹਿੰਦੂ ਭੈਣ ਭਰਾਵਾਂ ਦੀ ਆ। ਮੇਰਾ ਖਿਆਲ ਹੈ ਵੀ ਜਿੰਨੀ ਖੁਸ਼ੀ ਉਹਨਾਂ ਨੂੰ ਹੋਈ ਹੈ, ਇਸ ਤੋਂ ਵੱਧ ਦੁਨੀਆ ਭਰ ਦੇ ਜਿਹੜੇ ਹਿੰਦੂ ਵਸਦੇ ਨੇ ਉਹਨਾਂ ਨੂੰ ਬੜਾ ਵਧੀਆ ਮੌਕਾ ਮਿਲਿਆ, ਇੱਕ ਚਾਂਸ ਮਿਲਿਆ ਕਿ ਸਾਡਾ ਜਿਹੜਾ ਰਾਮ ਮੰਦਿਰ ਅਯੁੱਧਿਆ ਦੇ ਵਿੱਚ ਬਣਨਾ ਚਾਹੀਦਾ ਸੀ। ਭਾਵੇਂ ਇਹਦਾ ਮਸਲਾ ਬੜਾ ਲੰਮਾ ਹੈ ਜੀ। ਮੈਂ ਪਿੱਛੇ ਇਤਿਹਾਸ ਵੱਲ ਨਾ ਜਾਵਾਂ। ਜਦੋਂ ਅਸੀਂ ਬਾਬਰੀ ਮਸਜਿਦ ਦੀ ਗੱਲਬਾਤ ਕਰਦੇ ਹਾਂ ਤੇ ਬਹੁਤਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਬਾਬਰੀ ਮਸਜਿਦ ਜਿਹੜੀ ਹੈ 1528 ਤੋਂ ਇਹਦੀ ਜਿਹੜੀ ਨੀਂਹ ਪੱਥਰ ਜਿਹੜਾ ਰੱਖਿਆ ਗਿਆ ਸੀ, ਪਹਿਲੀ ਵਾਰੀ ਹੋਂਦ ਦੇ ਵਿੱਚ ਆਈ ਹੈ। ਮੁਗਲ ਜਿਹੜਾ ਬਾਦਸ਼ਾਹ ਸਮਰਾਟ ਬਾਬਰ ਹੈ ਜੀ, ਉਹਦੇ ਜਿਹੜੇ ਸੈਨਾਪਤੀ ਮੀਰ ਤੱਕੀ ਨੇ, ਉਹਨਾਂ ਨੇ ਅਸਲ ਦੇ ਵਿੱਚ ਕਰਵਾਇਆ ਸੀ। ਇਹਦੇ ਵਿੱਚ ਇਹਨੂੰ ਉਸ ਤੋਂ ਬਾਅਦ ਬਾਬਰੀ ਮਸਜਿਦ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। 1528 ਤੋਂ ਲੈ ਕੇ 1853 ਤੱਕ ਥੋੜਾ ਜਿਹਾ ਮੈਂ ਇਤਿਹਾਸ ਵੱਲ ਜਾਣਾ ਜ਼ਰੂਰੀ ਸਮਝਦਾ ਕਿ ਜਿਹੜੇ ਜਦੋਂ ਬਰਤਾਨੀਆ ਦੀ ਸਰਕਾਰ ਆਉਂਦੀ ਆ, ਬ੍ਰਿਟਿਸ਼ ਸ਼ਾਸਕ ਆਉਂਦੇ ਨੇ, ਉਹਨਾਂ ਨੇ ਇਹਦੇ ਉੱਤੇ ਇੱਕ ਵਾੜ ਲਾ ਦਿੱਤੀ, ਵਿਵਾਦਿਤ ਵਾੜ। ਬਾਅਦ ਦੇ ਵਿੱਚ ਹੌਲੇ ਮੁਸਲਮਾਨਾਂ ਦੇ, ਤੁਹਾਨੂੰ ਪਤਾ ਵੀ 2 ਹਿੱਸੇ ਨੇ, ਇੱਕ ਸ਼ੀਆ ਤੇ ਇੱਕ ਸੁੰਨੀ ਆ, ਦੋਨਾਂ ਦੇ ਵਿੱਚ ਇਹ ਵਿਵਾਦ ਚੱਲਦਾ ਰਿਹਾ। ਤਕਰੀਬਨ 1885 ਦੇ ਵਿੱਚ ਜਿਹੜਾ ਨਿਰਮੋਹੀ ਅਖਾੜੇ ਦੇ ਮਹੰਤ ਸਨ ਉਸ ਵੇਲੇ, ਉਹਨਾਂ ਨੇ ਜਿਹੜਾ ਰਘੁਵਰ ਦਾਸ ਸੀ ਉਹਦਾ ਨਾਂ, ਉਹਨੇ ਚਬੂਤਰੇ ਦੀ ਗੱਲ ਕੀਤੀ। ਤੇ ਜਦੋਂ ਇਹ ਗੱਲਬਾਤ ਅੱਗੇ ਵਧੀ, ਰਾਮ ਚਬੂਤਰੇ ਤੇ ਮੰਦਿਰ ਨਿਰਮਾਣ ਦੀਆਂ ਗੱਲਾਂ ਬਾਤਾਂ ਹੁਣ, ਉਦੋਂ ਤੋਂ ਵਿਵਾਦ ਸ਼ੁਰੂ ਹੋ ਗਿਆ। ਹੌਲੇ ਵੱਧਦਾ ਇਹ ਵਿਵਾਦ ਤਕਰੀਬਨ 1949 ਤੱਕ ਪਹੁੰਚਿਆ। ਇਸ ਵਿਵਾਦ ਦੇ ਵਿੱਚ ਜੇ ਤੁਸੀਂ ਦੇਖੋ ਤੇ 22-23 ਦਸੰਬਰ 1949 ਦੀ ਰਾਤ ਨੂੰ ਇਸ ਬਾਬਤ ਜਿਹੜਾ ਮੰਦਿਰ ਇਸੇ ਥਾਂ ਦੇ ਉੱਤੇ ਰਾਮ
ਸੀਤਾ ਤੇ ਲਕਸ਼ਮਣ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ। ਉਦੋਂ ਵੀ ਵਿਵਾਦ ਬੜਾ ਹੋਇਆ। ਵੱਧਦਾ ਹੌਲੇ ਹੌਲੇ ਇਹ ਵਿਵਾਦ 1992 ਦੇ ਵਿੱਚ ਵਧਿਆ। 1992 ਦੇ ਵਿੱਚ ਮੈਨੂੰ ਚੇਤੇ ਹੈ, ਜਿਨ੍ਹਾਂ ਦਿਨਾਂ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, LK ਅਡਵਾਨੀ, ਇਹਨਾਂ ਨੇ ਸੋਮਨਾਥ ਮੰਦਿਰ ਤੋਂ ਇੱਕ ਰੱਥ ਯਾਤਰਾ ਆਰੰਭ ਕੀਤੀ ਸੀ। ਉਸ ਰੱਥ ਯਾਤਰਾ ਦੇ ਵਿੱਚ ਕੱਲੇ ਇਹੀ ਨਹੀਂ, ਬਲਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਹੜੇ ਮੁਖੀ ਸਨ ਅਸ਼ੋਕ ਸਿੰਘਲ, ਉਹ ਵੀ ਇਹਨਾਂ ਦੇ ਨਾਲ ਤੁਰੇ ਸਨ। ਇੱਕ ਬੜਾ ਵੱਡਾ ਕਾਫਲਾ ਸੀ। ਜਿਹੜੇ ਮੇਨ ਬੰਦੇ ਸਨ ਉਹਨਾਂ ਦਿਨਾਂ ਦੇ ਵਿੱਚ, ਮੇਨ ਸ਼ਖਸੀਅਤਾਂ ਸਨ ਹਿੰਦੂ ਧਰਮ ਦੀਆਂ, ਸਾਰੀਆਂ ਇਕਮੁੱਠ ਹੋ ਕੇ ਤੁਰ ਪਈਆਂ, ਜਿਹਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਦਾ ਜ਼ਿਕਰ ਆਉਂਦਾ, ਜਿਹੜਾ ਬਾਅਦ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਰਿਹਾ ਤੇ ਓਮਾ ਭਾਰਤੀ ਨੇ ਉਹਨੂੰ ਬਕਾਇਦਾ ਪਿਆਰ ਦੇ ਵਿੱਚ ਗਲਵੱਕੜੀ ਚ ਲੈ ਕੇ ਕਿਹਾ ਸੀ ਕਿ ਤੁਸੀਂ ਬੜਾ ਮਹਾਨ ਕੰਮ ਕੀਤਾ ਹੈ, ਸ਼੍ਰੀ ਰਾਮਚੰਦਰ ਜੀ ਜਿਹੜੀ ਉਹਨਾਂ ਦੀ ਤਾਂ ਸੀ, ਉਹਦੇ ਵਾਸਤੇ ਤੁਸੀਂ ਅੱਗੇ ਆਏ ਹੋ। ਕਲਿਆਣ ਸਿੰਘ ਦਾ ਜੇ ਜ਼ਿਕਰ ਕਰੀਏ ਤੇ ਉਹਨਾਂ ਦਿਨਾਂ ਦੇ ਵਿੱਚ ਤਕਰੀਬਨ ਉਹਨਾਂ ਦੀ ਸਰਕਾਰ ਸੀ। ਉਹਨਾਂ ਦੀ ਸਰਕਾਰ ਦੇ ਵੇਲੇ ਜਦੋਂ ਪਹਿਲੀ ਵਾਰੀ ਇਹ ਕੰਮ ਆਰੰਭਿਆ ਜਾਂਦਾ ਹੈ, 2000 ਵਿਅਕਤੀ ਮੌਤ ਦੀ ਘਾਟ ਉਤਾਰ ਦਿੱਤੇ ਜਾਂਦੇ ਆ। ਦੰਗੇ ਹੋਏ, ਫਸਾਦ ਹੋਏ, ਇੱਕ ਫਿਰਕੇ ਦੇ ਲੋਕਾਂ ਨੂੰ ਮਾਰਿਆ ਗਿਆ, ਉਹਦੇ ਵਿੱਚ ਤਕਰੀਬਨ 2000 ਵਿਅਕਤੀਆਂ ਦਾ ਕਤਲ ਹੁੰਦਾ ਹੈ। ਬਿਲਕੁਲ ਜੀ। ਹੌਲੇ ਹੌਲੇ ਗੱਲ ਵਧੀ ਇਹਦੇ ਨਾਲ ਇਸੇ ਮੂਵਮੈਂਟ ਦੇ ਵਿੱਚ ਵਿਨੇ ਕਟਿਆਰ ਦਾ ਨਾਮ ਬੜਾ ਜ਼ਿਕਰ ਕਰਨਾ ਬਣਦਾ ਹੈ ਜਦੋਂ ਇਹ ਮੂਵਮੈਂਟ ਆਰੰਭ ਹੁੰਦੀ ਹੈ, ਕਿਉਂਕਿ ਵਿਨੇ ਕਟਿਆਰ ਉਸ ਵੇਲੇ ਬਜਰੰਗ ਦਲ ਦੇ ਮੁਖੀ ਸਨ। ਕਿਉਂਕਿ ਬਜਰੰਗ ਦਲ, ਸ਼ਿਵ ਸੈਨਾ ਤੇ ਰਾਸ਼ਟਰੀ ਸੇਵਕ ਸੰਘ, ਇਹ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ ਸੀ ਨੇ, ਕਿਸੇ ਨਾ ਕਿਸੇ ਤਰੀਕੇ ਇਹ ਥਾਂ ਹੈ ਜਿਹੜੀ ਸਾਡੇ ਭਗਵਾਨ, ਸਾਡੇ ਗੁਰੂ ਸ਼੍ਰੀ ਰਾਮਚੰਦਰ ਜੀ ਦੀ ਹੈ, ਇਹ ਥਾਂ ਸਾਨੂੰ ਮਿਲਣੀ ਚਾਹੀਦੀ ਹੈ। ਹੁਣ ਆਪਾਂ ਗੱਲ ਕੀਤੀ ਸੀ 1528 ਤੋਂ ਹੁਣ 2020 ਤਕਰੀਬਨ 500 ਵਰੇ ਹੋ ਗਏ ਨੇ। 500 ਵਰੇ ਪੁਰਾਣੀ ਬਣੀ ਮਸਜਿਦ ਦੇ ਉੱਤੇ ਵਿਵਾਦ ਅੱਜ ਪਹਿਲੀ ਵਾਰੀ ਨਹੀਂ ਸ਼ੁਰੂ ਹੋਏ, ਪਹਿਲਾਂ ਵੀ ਸ਼ੁਰੂ ਹੋਏ, ਪਹਿਲਾਂ ਵੀ ਚੱਲਦੇ ਆਏ ਆ। ਇਹਦੇ ਵਿੱਚ ਨਾਲ ਦੀ ਨਾਲ ਸਾਧਵੀ ਰਤੰਬਰਾ ਦਾ ਤੁਸੀਂ ਜ਼ਿਕਰ ਸੁਣਿਆ ਹੋਣਾ, ਬਹੁਤ ਤਿੱਖਾ ਬੋਲਣ ਵਾਲੀ ਸਾਧਵੀ ਹੈ। ਉਹਨੇ ਵੀ ਬਕਾਇਦਾ ਰੱਥ ਯਾਤਰਾ ਤੋਂ ਬਾਅਦ ਜਦੋਂ ਇਹ ਦੰਗੇ ਆਰੰਭ ਹੁੰਦੇ ਨੇ, ਜਦੋਂ ਬਾਬਰੀ ਮਸਜਿਦ ਨੂੰ ਢਾਉਣ ਦਾ ਕੰਮ ਆਰੰਭ ਹੁੰਦਾ ਹੈ, ਤੇ ਉਦੋਂ ਇਸ ਦਾ ਵੀ ਪੂਰਾ ਜ਼ਿਕਰ ਆਉਂਦਾ ਹੈ। ਜੇ ਆਪਾਂ ਮੁਰਲੀ ਮਨੋਹਰ ਜੋਸ਼ੀ ਦਾ ਜ਼ਿਕਰ ਨਾ ਕਰੀਏ ਇਸ ਸਾਰੀ ਗੱਲਬਾਤ ਦੇ ਵਿੱਚ, ਤੇ ਇਉਂ ਲੱਗਦਾ ਵੀ ਗੱਲਬਾਤ ਅਧੂਰੀ ਰਹਿ ਜਾਂਦੀ ਹੈ। ਕਿਉਂਕਿ ਮੁਰਲੀ ਮਨੋਹਰ ਜੋਸ਼ੀ ਬਕਾਇਦਾ ਓਮਾ ਭਾਰਤੀ ਦੇ ਨਾਲ ਸਾਰਾ ਗਰੁੱਪ ਸੀ, ਸਾਧਵੀ ਰਿਤੰਬਰਾ ਸੀ, ਪ੍ਰਵੀਨ ਤੋਗੜੀਆ ਸੀ ਜਿਹੜਾ ਬਾਅਦ ਦੇ ਵਿੱਚ ਹਿੰਦੂ ਵਿਸ਼ਵ ਪ੍ਰੀਸ਼ਦ ਦਾ ਮੁਖੀ ਵੀ ਰਿਹਾ। ਇਹ ਸਾਰੇ ਲੋਕਾਂ ਨੇ ਇਕੱਠੇ ਹੋ ਕੇ 1992 ਦੇ ਵਿੱਚ ਜਿਹੜੀ 5 ਏਕੜ ਦੀ ਥਾਂ ਹੈ, 5 ਏਕੜ ਦੀ ਥਾਂ ਵਾਸਤੇ ਤਕਰੀਬਨ ਬਹੁਤ ਕੁਝ ਹੋਇਆ। ਇਹਨਾਂ ਨੇ ਜ਼ਬਰਦਸਤੀ ਬਾਅਦ ਦੇ ਵਿੱਚ ਉਸ ਨੂੰ ਤੋੜਨ ਦਾ ਵੀ ਯਤਨ ਕੀਤਾ, ਵਿਵਾਦ ਚੱਲਦਾ ਰਿਹਾ, ਅਦਾਲਤਾਂ 'ਚ ਗਿਆ, ਗੱਲ ਨਾ ਬਣੀ। ਜਿਉਂ ਹੀ ਭਾਜਪਾ ਦੀ ਸਰਕਾਰ ਆਉਂਦੀ ਹੈ, ਭਾਜਪਾ ਦਾ ਇੱਕੋ ਇੱਕ ਮੁੱਦਾ, ਕਿਉਂਕਿ ਲਾਲ ਕ੍ਰਿਸ਼ਨ ਅਡਵਾਨੀ ਜਿਹੜੀ ਰੱਥ ਯਾਤਰਾ ਲੈ ਕੇ ਆਰੰਭੇ ਸਨ ਜੀ, ਤੇ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਦੇ ਉੱਤੇ ਕਬਜ਼ਾ ਕਰ ਲਿਆ, ਫਿਰ ਇੱਕ ਨਾਰਾ ਲਾਇਆ ਸੀ ਕਿ ਅੱਜ ਸਾਡੀ ਰੱਥ ਯਾਤਰਾ ਸੰਪੂਰਨ ਹੋ ਗਈ ਹੈ, ਇੱਥੇ ਖਤਮ ਹੋ ਗਈ ਹੈ, ਬਸ ਜੀ। ਸਾਡਾ ਗੋਲ ਸੀ ਕਿ ਅਸੀਂ ਇਸ ਬਾਬਰੀ ਮਸਜਿਦ ਦੇ ਉੱਤੇ ਕਬਜ਼ਾ ਕਰਨਾ ਸੀ, ਹੋ ਗਿਆ। ਕੋਰਟ ਦੇ ਵਿੱਚ ਕੇਸ ਚੱਲਿਆ, ਅਦਾਲਤ ਦੇ ਵਿੱਚ ਕੇਸ ਚੱਲਣ ਤੋਂ ਬਾਅਦ 9 ਨਵੰਬਰ 2019 ਨੂੰ ਫੁੱਲ ਬੈਂਚ ਬੈਠਾ ਸੀ। ਉਸ ਬੈਂਚ ਨੇ ਇਹਦਾ ਫੈਸਲਾ ਬਾਬਰੀ ਮਸਜਿਦ ਦੀ ਥਾਂ ਤੇ ਰਾਮ ਜਨਮ ਭੂਮੀ ਦਾ ਦੇ ਦਿੱਤਾ। ਬਸ ਫਿਰ ਖੁਸ਼ੀ ਦੀਆਂ ਲਹਿਰਾਂ। ਕੁਦਰਤੀ ਗੱਲ ਹੈ, ਇੱਕ ਕਮਿਊਨਿਟੀ ਨੂੰ ਉਹਨਾਂ ਦੀ ਥਾਂ ਜਿਹੜੀ ਉਹ ਦਾਅਵਾ ਕਰ ਰਹੇ ਨੇ, ਆਪਾਂ ਇਸ ਗੱਲ ਨੂੰ ਨਹੀਂ ਕਹਿ ਸਕਦੇ ਕਿ ਅਸਲ ਦੇ ਵਿੱਚ ਉਹ ਥਾਂ ਮੁਸਲਮਾਨਾਂ ਦੀ ਸੀ ਜਾਂ ਫਿਰ ਹਿੰਦੂ ਵੀਰਾਂ ਦੀ ਸੀ, ਪਰ ਯਸ, ਜਦੋਂ ਅਦਾਲਤ ਨੇ ਫੈਸਲਾ ਦੇ ਦਿੱਤਾ, ਕਿਉਂਕਿ ਅਦਾਲਤ ਸੁਪਰੀਮ ਹੈ, ਅਦਾਲਤ ਦੇ ਪੂਰੇ ਬੈਂਚ ਨੇ ਇਹਦਾ ਫੈਸਲਾ ਦੇ ਦਿੱਤਾ ਕਿ ਇਹ ਰਾਮ ਮੰਦਰ ਹੈ। ਪਰ ਇਹਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਇਹ ਹੋਇਆ ਕਿ ਇੱਕ ਵਿਟਨੈਸ ਹੈ ਜਿਹੜੀ ਉਹ ਕਿਸੇ ਸਿੱਖ ਪਹਿਰਾਵੇ ਦੇ ਵਿੱਚ ਵਿਅਕਤੀ ਵੱਲੋਂ ਦਿੱਤੀ ਗਈ ਕਿ ਸਾਡੇ ਗ੍ਰੰਥਾਂ ਦੇ ਵਿੱਚ ਇਹ ਗੱਲ ਜ਼ਿਕਰ ਹੈ ਕਿ ਗੁਰੂ ਨਾਨਕ ਪਾਤਸ਼ਾਹ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨ ਵਾਸਤੇ ਅਯੁੱਧਿਆ ਦੇ ਵਿੱਚ ਆਏ ਸੀ। ਇਹ ਗੱਲ ਬਹੁਤ ਜ਼ਰੂਰੀ ਹੈ। ਇਹ ਕਿਉਂ? ਮੈਂ ਹਮੇਸ਼ਾ ਜ਼ਿਕਰ ਕਰਿਆ ਕਰਦਾ,
ਕਿ ਸਾਡੇ ਕੋਲ ਵਾਹਿਦ ਇੱਕੋ ਇੱਕ ਗ੍ਰੰਥ ਹੈ, ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਸਾਡੇ ਕੋਲ ਅਥੈਂਟਿਕ ਪ੍ਰੂਫ ਹੈ, ਜਿਹਦੇ ਵਿੱਚ ਇੱਕ ਇੱਕ ਗੱਲ ਤੁਹਾਨੂੰ ਜਵਾਬ ਮਿਲਦਾ ਹੈ। ਸਾਡਾ ਇਤਿਹਾਸ ਵੀ ਮਿਲਦਾ ਹੈ, ਅਧਿਆਤਮਕ ਗੱਲ ਵੀ ਮਿਲਦੀ ਹੈ, ਸਮਾਜਿਕ ਗੱਲ ਵੀ ਮਿਲਦੀ ਹੈ, ਸੱਭਿਆਚਾਰ ਗੱਲ ਵੀ ਮਿਲਦੀ ਹੈ, ਸਾਇੰਟੀਫਿਕ ਦੀ ਗੱਲਬਾਤ ਵੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1429 ਅੰਗਾਂ ਤੋਂ ਮਿਲਦੀ ਹੈ। ਭਾਵੇਂ 1430 ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਸਿੱਖ ਰਹਿਤ ਮਰਿਆਦਾ ਬਣਾਈ ਸੀ, ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਰਾਗਮਾਲਾ ਇੱਕ ਵਿਵਾਦਤ ਹੈ, ਕੋਈ ਪੜ੍ਹੇ ਜਾਂ ਨਾ ਪੜ੍ਹੇ ਤੁਹਾਡੇ ਤੇ ਡਿਪੈਂਡ ਕਰਦਾ ਹੈ। ਹੁਣ ਹੋਇਆ ਕੀ, ਬੜੀ ਖੁਸ਼ੀ ਤੇ ਚਾਹ ਚਾਰੇ ਪਾਸੇ ਫੈਲ ਗਏ ਜੀ। 5 ਅਗਸਤ 2019 ਵਾਲੇ ਦਿਨ ਹੀ ਕਸ਼ਮੀਰ ਦੇ ਵਿੱਚ ਧਾਰਾ 307, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਬਿਲਕੁਲ, ਕਸ਼ਮੀਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਯੂਨੀਅਨ ਟੈਰੀਟਰੀ ਬਣਾਤਾ। ਅੱਜ ਦਾ ਦਿਨ ਹੀ ਸੀ। ਸਰਕਾਰ ਨੇ ਸਮਝਿਆ ਕਿਉਂ ਨਾ ਇਹ ਸ਼ੁਭ ਘੜੀ ਮੰਨ ਕੇ, ਭਾਵੇਂ ਕੋਵਿਡ ਹੈ ਭਾਵੇਂ ਕੁਛ ਮਰਜ਼ੀ ਹੈ, ਉਸ ਰਾਮ ਜਨਮ ਭੂਮੀ ਦੇ ਜਿਹੜੇ ਮੇਨ ਕਰਤਾ ਧਰਤਾ ਸੀ ਜਨਰਲ ਸਕੱਤਰ ਚੰਪਤ ਰਾਏ ਜੀ, ਉਹਨਾਂ ਨੇ ਤਕਰੀਬਨ 36 ਪਰੰਪਰਾਵਾਂ ਨੂੰ 175 ਜਿਹੜੇ ਮਹਾਂਪੁਰਸ਼ ਕਹਿ ਲੋ, ਸੰਤ ਮਹਾਤਮਾ ਤੇ 175 ਹੋਰ ਲੋਕਾਂ ਨੂੰ, 135 ਮਹਾਂਪੁਰਸ਼ਾਂ ਦੇ ਵਿੱਚ ਮਹਾਂਪੁਰਸ਼ ਕਹਿ ਲੋ, ਤੁਸੀਂ ਸਾਧ ਕਹਿ ਲੋ, ਸੰਤ ਕਹਿ ਲੋ, ਉਹਨਾਂ ਦੇ ਹਿਸਾਬ ਦੇ ਨਾਲ, ਤੇ 175 ਹੋਰ ਵਿਅਕਤੀ ਸੀ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਕੋਵਿਡ ਦੇ ਚੱਲਦੇ ਹੋਏ। ਤੇ ਜਿਹੜਾ ਮੁੱਖ ਮਹਿਮਾਨ ਇਹਦੇ ਵਿੱਚ ਬਣਾਇਆ ਗਿਆ, ਜਿਹੜੀ ਸਭ ਤੋਂ ਵੱਡੀ ਗੱਲ ਹੈ, ਮੁੱਖ ਮਹਿਮਾਨ ਇਹਦੇ ਵਿੱਚ ਜਿਹੜੇ ਸੀ ਉਹ RSS ਦਾ ਜਿਹੜਾ ਚੀਫ ਹੈ ਉਹਨੂੰ ਬਣਾਇਆ ਗਿਆ। ਸੱਦਾ ਦੇਣ ਤੋਂ ਬਾਅਦ ਕੁਦਰਤੀ ਗੱਲ ਹੈ, ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੋਣੀ ਸੀ, ਹੋਈ ਵੀ, ਪਰ ਸਭ ਤੋਂ ਵੱਡੀ ਦੁੱਖ ਦੀ ਗੱਲ, ਮੈਂ ਕਹਿੰਦਾ ਬੜੀ ਚੰਗੀ ਗੱਲ ਹੈ, ਉਹਨਾਂ ਦਾ ਅਧਿਕਾਰ ਹੈ, ਉਹਨਾਂ ਨੂੰ ਮਿਲਿਆ, ਅਦਾਲਤ ਨੇ ਦਿੱਤਾ, ਸਾਨੂੰ ਕਿੰਤੂ ਪਰੰਤੂ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਫੈਸਲਾ ਦੇ ਦਿੱਤਾ, ਉਹਨਾਂ ਦੀ ਥਾਂ ਹੈ, ਉਹਨਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ। ਪਰ ਇੱਕ ਗੱਲ ਬਹੁਤ ਜ਼ਰੂਰੀ ਸੋਚਣ ਵਾਲੀ ਹੈ, ਇਸੇ ਚੰਪਤ ਸਿੰਘ ਨੇ ਸੱਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜਿਆ ਸੀ, ਬਾਕੀ 5 ਜਥੇਦਾਰਾਂ ਨੂੰ ਵੀ ਭੇਜਿਆ ਸੀ ਜੀ, ਪਰ ਉਹਨਾਂ ਦੇ ਵਿੱਚੋਂ ਕੋਈ ਨਹੀਂ ਗਿਆ। ਗਿਆ ਕਿਹੜਾ ਸਿੱਖਿਆ, ਇਹ ਜ਼ਰੂਰੀ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਲਈ। ਗਏ ਨੇ ਸਿਰਫ ਤੇ ਸਿਰਫ ਸਾਬਕਾ ਜਥੇਦਾਰ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ। ਇਹਨਾਂ ਦੀ ਗਿਆਨਤਾ ਵੇਖ ਕੇ, ਮਾਫ ਕਰਨਾ ਮੈਂ ਏਅਰ ਦੇ ਉੱਤੇ ਸਪਸ਼ਟ ਸ਼ਬਦਾਂ 'ਚ ਕਹਿ ਰਿਹਾ, ਗਿਆਨੀ ਦੀ ਥਾਂ ਤੇ ਅਗਿਆਨੀ ਸ਼ਬਦ ਜੇ ਵਰਤਿਆ ਜਾਵੇ ਤਾਂ ਵਾਜਬ ਹੈ। ਬਿਲਕੁਲ ਕੋਈ ਦੋ ਗਿਆਨੀ ਤੋਂ ਭਾਵ ਇਹ ਹੈ ਕਿ ਜਿਹੜਾ ਗਿਆਨ ਰੱਖਦਾ ਹੈ, ਜਿਹਨੂੰ ਨੌਲੇਜ ਹੈ, ਜਿਹਨੂੰ ਸਾਰੇ ਧਾਰਮਿਕ ਤੇ ਇਤਿਹਾਸ ਦਾ ਪੂਰਾ ਪਤਾ ਹੈ। ਉਹਨੇ ਜਾ ਕੇ ਜਿਹੜੀ ਗੱਲਬਾਤ ਕੀਤੀ ਕਿ ਇਹ ਲਵ ਤੇ ਕੁਸ਼ ਦੀ ਔਲਾਦ ਹੈ। ਗੁਰੂ ਨਾਨਕ ਪਾਤਸ਼ਾਹ ਲਵ ਤੇ ਕੁਸ਼ ਦੀ ਔਲਾਦ ਦੇ ਵਿੱਚੋਂ ਨੇ ਗੁਰੂ ਗੋਬਿੰਦ ਸਿੰਘ ਜੀ ਬੇਦੀ, ਯਾਨੀ ਕਿ ਉਹਨੇ ਉਹ ਕੁਛ ਸ਼ਬਦ ਵਰਤੇ ਉੱਥੇ, ਬਹੁਤ ਦੁਨੀਆ ਨੇ ਉਹਨੂੰ ਸੁਣਿਆ ਔਰ ਬੜਾ ਮਨ ਦੇ ਵਿੱਚ ਦੁੱਖ ਹੋਇਆ ਕਿ ਇੱਕ ਤਖਤ ਦਾ ਜਥੇਦਾਰ ਰਿਹਾ ਹੋਵੇ, ਉਹਨੂੰ ਇੰਨਾ ਪਤਾ ਨਾ ਹੋਵੇ ਗੁਰੂ ਨਾਨਕ ਪਾਤਸ਼ਾਹ ਕੌਣ ਨੇ, ਤੇ ਆਪਣੀ ਭਲ ਬਣਾਉਣ ਦੇ ਲਈ ਉੱਥੇ ਮੀਡੀਆ ਦੇ ਸਾਹਮਣੇ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਪਟਨਾ ਸਾਹਿਬ ਜਿਹੜਾ ਕਿ ਸੁਪਰੀਮ ਤਖਤ ਹੈ ਉਹਦਾ ਜਥੇਦਾਰ ਮੈਨੂੰ ਮੋਦੀ ਸਾਹਿਬ ਨੇ ਸਵੈਮ ਸੱਦਾ ਦਿੱਤਾ। ਜਦੋਂ ਕਿ ਸੱਦਾ ਕੌਣ ਦੇ ਰਿਹਾ, ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਪਹਿਲਾਂ ਵੀ, ਜਿਹੜਾ ਚੰਪਤ ਰਾਏ ਹੈ ਉਹ ਸੱਦਾ ਦੇ ਰਿਹਾ। ਸੱਦਾ ਦੇਣ ਤੋਂ ਬਾਅਦ ਉੱਥੇ ਪਹੁੰਚ ਕੇ ਐਡਾ ਵੱਡਾ ਵਿਵਾਦਤ ਬਿਆਨ ਦੇਣਾ, ਉਸ ਤੋਂ ਅੱਗੇ ਚੱਲੀਏ। ਉੱਥੇ ਇੱਕ ਨਾਗਪੁਰ ਤੋਂ ਗੁਰਦੁਆਰੇ ਦਾ ਪ੍ਰਧਾਨ ਆਉਂਦਾ ਹੈ, ਉਹ ਬਕਾਇਦਾ ਹੱਥਾਂ ਦੇ ਵਿੱਚ ਉਹਨੇ ਖੜਤਾਲਾਂ ਫੜੀਆਂ ਹੋਈਆਂ ਨੇ, ਰਘੁਪਤੀ ਰਾਜਵ ਸੀਤਾਰਾਮ, ਪਤਿਤ ਪਾਵਨ ਸੀਤਾਰਾਮ, ਉਹ ਕੁਛ ਇਸ ਤਰ੍ਹਾਂ ਦੇ ਭਜਨ ਗਾਇਨ ਕਰ ਰਹੇ ਆ ਤੇ ਕਹਿ ਰਹੇ ਆ ਕਿ ਅਸੀਂ ਰਾਮ ਦੀ ਹੀ ਔਲਾਦ ਹਾਂ, ਅਸੀਂ ਉਹਨਾਂ ਦੇ ਵਿੱਚੋਂ ਹੀ ਹਾਂ। ਵਾਹ, ਚੰਗੀ ਗੱਲ ਹੈ, ਹੋ ਸਕਦੇ ਹੋ ਸਕਦਾ ਹੋ। ਪਰ ਜਦੋਂ ਸਾਰਾ ਕੁਝ ਦੇਖਣ ਤੋਂ ਬਾਅਦ ਮੈਂ ਪੜਤਾਲਿਆ ਕਿ ਵਾਰ-ਵਾਰ ਜਦੋਂ ਖਾਸ ਕਰਕੇ ਸਾਡੇ ਦੇਸ਼ ਦੇ ਉੱਥੋਂ ਦੇ ਪ੍ਰਧਾਨ ਮੰਤਰੀ, ਜਦੋਂ ਕਿ ਸੈਕੂਲਰ ਸਰਕਾਰ ਹੈ ਜਿਹੜੀ, ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲੀ ਸਰਕਾਰ ਹੈ ਜੀ, ਬਿਲਕੁਲ ਪ੍ਰਧਾਨ ਮੰਤਰੀ ਦਾ ਫਰਜ਼ ਇਹ ਬਣਦਾ ਸੀ, ਮੈਂ ਕੋਈ ਸਲਾਹ ਨਹੀਂ ਦੇ ਰਿਹਾ ਉਹਨਾਂ ਨੂੰ, ਜੇ ਇਹ ਵਿਵਾਦਤ ਥਾਂ ਸੀ
ਅੱਜ ਰਾਮ ਜਨਮ ਭੂਮੀ ਦਾ ਉਦਘਾਟਨ ਕਰਨ ਜਾ ਰਹੇ ਹੋ, ਉਸੇ ਦਿਨ ਹੀ ਨਾਲ ਜਿਹੜੀ 25 ਏਕੜ 25 ਕਿਲੋਮੀਟਰ ਦੂਰ ਉਹ ਥਾਂ ਹੈ ਜਿੱਥੇ ਇਹਨਾਂ ਨੇ ਹੁਣ ਜਾ ਕੇ ਬਾਬਰੀ ਮਸਜਿਦ ਲਈ ਥਾਂ ਦਿੱਤੀ ਹੈ ਪਿੰਡਾਂ ਦੇ ਵਿੱਚ, ਜਿੱਥੇ ਬੜੀ ਵਸੋਂ ਹੈ ਜਿਹੜੀ ਭਾਵੇਂ ਮੁਸਲਮਾਨਾਂ ਦੀ ਹੈ, ਉਹਦਾ ਸਰਪੰਚ ਯਾਦਵ ਹੈ। ਉਸ ਥਾਂ ਦੇ ਉੱਤੇ ਜਾ ਕੇ ਵੀ ਉਦਘਾਟਨ ਕਰ ਦਿੰਦੇ ਤੇ ਫਿਰ ਲੋਕਾਂ ਨੂੰ ਲੱਗਦਾ ਕਿ ਵਾਕਈ ਹੀ ਇਹਨਾਂ ਨੇ ਕੀਤਾ। ਪਰ ਉਹ ਬਕਾਇਦਾ ਭਗਵੇ ਕੱਪੜਿਆਂ ਦੇ ਵਿੱਚ ਜਦੋਂ ਉਹਨਾਂ ਨੇ ਅਸ਼ਟਾਂਗ ਕਹਿੰਦੇ ਹੁੰਦੇ ਆ ਕਿ ਉਹਨਾਂ ਨੇ ਅਸ਼ਟਾਂਗ ਪ੍ਰਣਾਮ ਕੀਤੀ, ਅਸ਼ਟਾਂਗ ਪ੍ਰਣਾਮ ਤੋਂ ਪੂਰੇ ਲੰਮੇ ਪੈ ਕੇ ਲੇਟ ਕੇ ਡੰਡੌਤ ਵੀ ਡੰਡੌਤ ਕਹਿ ਦਿੰਦੇ ਆ, ਪੂਰੇ ਲੰਮੇ ਪੈ ਕੇ ਉਹਨਾਂ ਨੇ ਡੰਡੌਤ ਕੀਤੀ। ਡੰਡੌਤ ਕਰਨ ਤੋਂ ਬਾਅਦ ਜਦੋਂ ਲੈਕਚਰ ਤੇ ਦੇਣ ਲੱਗੇ ਉਦੋਂ ਹੱਦ ਨਾ ਰਹੀ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਰਾਮਾਇਣ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ। ਵਾਹ, ਰਾਮਾਇਣ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ। ਖੈਰ ਮੈਂ ਉਹ ਸ਼ਾਟ ਅੱਜ ਭੇਜ ਨਹੀਂ ਸਕਿਆ, ਉਹ ਤੁਹਾਨੂੰ ਜ਼ਰੂਰ ਦਿਖਾਉਂਦੇ। ਭਾਸ਼ਾ ਵਿਭਾਗ ਪਟਿਆਲੇ ਦੇ ਵਿੱਚ, ਮੇਰੇ ਆਪਣੇ ਸ਼ਹਿਰ ਦੇ ਵਿੱਚ, ਆਰਕੀਓਲੋਜਿਸਟ ਉੱਥੇ ਬੈਠੇ ਨੇ, ਉੱਥੇ ਪੁਰਾਤਨ ਕਿਤਾਬਾਂ ਪਈਆਂ ਨੇ। ਮੈਨੂੰ ਜਦੋਂ ਮੈਂ ਖੋਜ ਕਰ ਰਿਹਾ ਸੀ, ਸਾਰਾ ਕੁਝ ਦੇਖ ਰਿਹਾ ਸੀ, ਕਿਉਂਕਿ ਅੱਜ ਗੱਲਬਾਤ ਕਰਨੀ ਸੀ, ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਮੈਂ ਲਿਆਉਣਾ ਚਾਹੁੰਦਾ ਸੀ, ਪਰ ਟੂ ਲੇਟ ਹੋ ਗਿਆ। ਆਉਣ ਵਾਲੇ ਸਮੇਂ ਜ਼ਰੂਰ ਗੱਲਬਾਤ ਕਰਾਂਗੇ। ਉੱਥੇ ਇੱਕ ਕਿਤਾਬ ਪਈ ਹੈ ਕੁਲਬੀਰ ਕੌਰ ਤੁਲਸੀ ਦੀ ਲਿਖੀ ਹੋਈ ਕਿ ਰਾਮਾਇਣ ਬਾਈ ਗੁਰੂ ਗੋਬਿੰਦ ਸਿੰਘ। ਮੈਨੂੰ ਹੋਰ ਹੈਰਾਨੀ ਹੋਈ, ਪਿਛਲੇ ਦਿਨੀ ਮੈਂ ਜ਼ਿਕਰ ਕੀਤਾ ਸੀ ਕਿ ਸਾਡੇ ਸਿੱਖ ਪੰਥ ਦੇ ਵਿੱਚ ਮੈਂ ਮੁਬਾਰਕਬਾਦ ਦੇਣਾ RSS ਵਾਲਿਆਂ ਨੂੰ, ਮੁਬਾਰਕਬਾਦ ਦੇਣਾ ਬਜਰੰਗ ਦਲ ਵਾਲਿਆਂ ਨੂੰ, ਮੁਬਾਰਕਬਾਦ ਦੇਣਾ ਹਿੰਦੂ ਵਿਸ਼ਵ ਪਰਿਸ਼ਦ ਵਾਲਿਆਂ ਨੂੰ, ਜਿਨ੍ਹਾਂ ਨੇ ਅੱਜ ਤੋਂ 50 ਵਰੇ ਪਹਿਲਾਂ ਕੰਮ ਆਰੰਭ ਕੀਤਾ ਸੀ ਔਰ ਉਹਦੇ 'ਚ ਸਕਸੈਸ ਹੋ ਗਏ ਨੇ। ਇਹਦੇ ਦੁੱਖ ਵਾਲੀ ਗੱਲ ਹੀ ਨਹੀਂ, ਮੁਬਾਰਕਬਾਦ ਹੈ ਉਹਨਾਂ ਨੂੰ, ਉਹਨਾਂ ਦਾ ਹੱਕ ਬਣਦਾ ਹੈ, ਕਿਉਂਕਿ ਉਹਨਾਂ ਨੇ ਜਿਹੜੇ ਕੰਮ ਨੂੰ ਵਿੱਢਿਆ ਸੀ ਉਹਨੂੰ ਅਚੀਵ ਕਰ ਲਿਆ, ਉਹਨੂੰ ਪੂਰਾ ਕਰ ਲਿਆ। ਖੁਸ਼ੀ ਹੋਣੀ ਹੈ। ਸਾਡੀ ਬਦਕਿਸਮਤੀ ਆ ਕਿ ਅਸੀਂ ਆਏ ਦਿਨ ਕੁਛ ਨਾ ਕੁਛ ਵਿੱਢ ਲੈਂਦੇ ਆ, ਪਰ ਸਾਡਾ ਧਿਆਨ ਉੱਥੇ ਪਾਸਿਓਂ ਹਟ ਕੇ ਕੁਛ ਹੋਰ ਵਿੱਢਣ ਵੱਲ ਤੁਰ ਪੈਂਦੇ ਆ। ਸੋ ਇਸੇ ਕਰਕੇ ਅਸੀਂ ਕਿਸੇ ਪਾਰ ਨਹੀਂ ਲੱਗਦੇ। ਨਹੀਂ, ਸਾਡੇ ਵਿਵਾਦ ਇੰਨੇ ਪੈਦਾ ਹੋ ਗਏ, ਸਾਡੇ 'ਚ ਲੜਾਈ, ਸਾਡੇ ਵਿੱਚ ਵਿਵਾਦ ਇੰਨੇ ਪੈਦਾ ਹੋ ਗਏ ਕਿ ਰੋਜ਼ਾਨਾ ਐਵਰੀ ਸਿੰਗਲ ਡੇ ਕੋਈ ਨਵਾਂ ਵਿਵਾਦ ਪੈਦਾ ਹੁੰਦਾ ਹੈ। ਇਕਬਾਲ ਸਿੰਘ ਦੀ ਕੀ ਹਸਤੀ ਹੈ ਕਿ ਉਹ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰੇ, ਸਿੱਖ ਕੌਮ ਬਾਰੇ ਬਾਤ ਜਾ ਕੇ ਬਿਆਨ ਦੇਵੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਇਸ ਵੇਲੇ ਜਥੇਦਾਰ ਨੇ, ਉਹਨਾਂ ਦਾ ਉਸੇ ਸੈਕਿੰਡ ਫਰਜ਼ ਬਣਦਾ ਸੀ, ਬਗੈਰ ਪੰਜ ਸਿੰਘ ਸਾਹਿਬਾਨ ਇਕੱਠੇ ਕਰਦੇ ਆ, ਕਿ ਉਹਨਾਂ ਨੂੰ ਪੰਥ ਦੇ ਵਿੱਚ ਤਲਬ ਕੀਤਾ ਜਾ ਰਿਹਾ ਹੈ ਫਲਾਣੀ ਤਰੀਕ ਨੂੰ। ਕੱਲ ਮੈਂ ਸੁਣ ਰਿਹਾ ਸੀ ਜਿਹੜੇ ਇਸ ਵੇਲੇ ਪਟਨਾ ਸਾਹਿਬ ਦੇ ਗੌਰੇ ਮਸਕੀਨ ਜੀ ਬੈਠੇ ਨੇ, ਉਹ ਕਹਿ ਰਹੇ ਸੀ ਕਿ ਅਸੀਂ ਪੰਜਾਂ ਸਿੰਘਾਂ ਦੀ ਮੀਟਿੰਗ ਦੇ ਵਿੱਚ ਇਕੱਤਰਤਾ ਵਿੱਚ ਇਸ ਗੱਲ ਨੂੰ ਵਿਚਾਰਾਂਗੇ। ਕਮਾਲ ਹੈ, ਤੁਸੀਂ ਕਦੋਂ ਵਿਚਾਰੋਗੇ? RSS ਦੀਆਂ ਲਿਸਟਾਂ ਦੇ ਵਿੱਚ 15 ਸਾਲ ਪਹਿਲਾਂ ਮੈਂ ਲਿਸਟ ਦਿਖਾ ਕੇ ਬਕਾਇਦਾ ਇਹ ਐਲਾਨ ਕੀਤਾ ਸੀ ਕਿ ਇਕਬਾਲ ਸਿੰਘ ਤੁਹਾਡੇ ਤਖਤ ਦੇ ਉੱਤੇ ਬੈਠਾ ਜਥੇਦਾਰ, ਜਿਹਦੀਆਂ 3 ਔਰਤਾਂ ਨੇ, ਇਲੀਗਲ ਔਰਤਾਂ ਰੱਖ ਕੇ ਬੈਠਾ ਹੈ, ਜਿਹੜਾ ਸਿੱਖ ਧਰਮ ਦੇ ਵਿੱਚ ਬਿਲਕੁਲ ਪ੍ਰਵਾਨ ਨਹੀਂ। ਹਾਂ, ਮੁਸਲਮਾਨ ਧਰਮ ਦੇ ਵਿੱਚ 7 ਔਰਤਾਂ ਤੁਸੀਂ ਰੱਖ ਸਕਦੇ ਹੋ, ਪਰ ਸਿੱਖ ਧਰਮ ਦੇ ਵਿੱਚ ਏਕਾ ਨਾਰੀ ਏਕਾ ਦੀ ਗੱਲਬਾਤ ਕੀਤੀ ਹੈ ਗੁਰੂ ਸਾਹਿਬ ਨੇ, ਪਰ ਉਹ 3 ਔਰਤਾਂ ਰੱਖ ਕੇ ਬੈਠਾ ਹੈ, ਕਿਸੇ ਨੇ ਉਸ ਨੂੰ ਤਲਬ ਨਹੀਂ ਕੀਤਾ। ਅੱਛਾ, ਜਿਹੜਾ ਮਾਫ ਕਰਨਾ, ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ, ਜਥੇਦਾਰ ਹੋਣਾ ਨੂੰ ਇਨਵੀਟੇਸ਼ਨ ਆਇਆ ਸੀ, ਉਹ ਵੀ ਕੋਈ ਇੰਨੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲਿਖਿਆ ਨਹੀਂ ਆਇਆ ਗਿਆ ਸੀ। ਉਹਨਾਂ ਨੂੰ ਜਥੇਦਾਰ ਜਾਂ ਗਿਆਨੀ ਜਾਂ ਹਰਪ੍ਰੀਤ ਸਿੰਘ ਨਹੀਂ ਲਿਖਿਆ ਗਿਆ ਸੀ, ਹਰਪ੍ਰੀਤ ਜੀ ਲਿਖਿਆ ਗਿਆ ਸੀ। ਬਿਲਕੁਲ। ਇਹਦੇ ਵਿੱਚ ਅਸਲ ਦੇ ਵਿੱਚ ਤੁਸੀਂ ਦੇਖੋ ਨਾ, ਜਿਹੜੇ RSS ਦੇ ਮੁਖੀ ਨੇ ਭਾਗਵਤ, ਮੋਹਨ ਭਾਗਵਤ, ਉਹਨਾਂ ਨੇ ਜਦੋਂ ਆਪਣਾ ਲੈਕਚਰ ਦਿੱਤਾ ਹੈ ਨਾ, ਆਪਣੇ ਲੈਕਚਰ ਦੇ ਵਿੱਚ ਉਹਨਾਂ ਨੇ ਕਿਹਾ ਕਿ 30 ਸਾਲ ਤੋਂ ਜਿਹੜਾ ਅਸੀਂ ਕੰਮ ਕਰ ਰਹੇ ਸੀ ਅਸੀਂ ਪੂਰਾ ਕਰ ਲਿਆ। ਜਦੋਂ ਯੋਗੀ ਨੇ ਲੈਕਚਰ ਦਿੱਤਾ ਹੈ, ਜਿਹੜਾ UP ਦਾ ਮੁੱਖ ਮੰਤਰੀ ਹੈ, ਯੋਗੀ ਨੇ ਲੈਕਚਰ ਵੇਲੇ ਮੈਂ ਹੈਰਾਨ ਸਾਂ। ਉਹ ਕਹਿੰਦਾ 500 ਸਾਲਾਂ ਦਾ ਸੰਘਰਸ਼ ਸੀ ਜਿਹੜਾ, ਅੱਜ ਸਾਡਾ ਰਾਮ ਰਾਜ ਕਾਇਮ ਹੋ ਗਿਆ। ਰਾਮ ਰਾਜ ਦੀ ਗੱਲਬਾਤ ਕੀਤੀ ਹੈ, ਕਹਿਣ ਦਾ ਭਾਵ ਕਿ ਅੱਜ ਤੋਂ
ਤੁਸੀਂ ਦੁਨੀਆ ਭਰ ਦੇ ਵਿੱਚ ਇਹਦੀ ਝਲਕ ਦੇਖੋਗੇ ਕਿ ਅਸੀਂ ਆਪਣਾ ਹਿੰਦੂ ਸਾਮਰਾਜ ਕਾਇਮ ਕਰ ਲਿਆ ਹੈ। ਹੁਣ ਸਾਨੂੰ ਦੁਨੀਆ ਦੀ ਕੋਈ ਤਾਕਤ ਪਿੱਛੇ ਨਹੀਂ ਹਟਾ ਸਕਦੀ। ਸਾਡਾ ਕੰਮ ਕੀ ਹੈ? ਪਰ ਇਹਦੀ ਧਾਕ ਤਾਂ ਅਮਰੀਕਾ ਤੱਕ ਵੀ ਗਈ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਤੱਕ ਵੀ ਧਾਕ ਗਈ ਹੈ। ਉੱਥੇ ਵੀ ਬੜੇ ਝਲਕੀਆਂ ਲਾਈਆਂ ਗਈਆਂ, ਪੋਸਟਰ ਲਾਏ ਗਏ, ਬੜੇ ਵੱਡੇ ਲੈਵਲ ਤੇ ਸੈਲੀਬ੍ਰੇਸ਼ਨਸ ਜਿਹੜੀਆਂ ਕੀਤੀਆਂ ਗਈਆਂ ਉੱਥੇ। ਜੀ ਆਪਾਂ ਇੰਜ ਕਰਦੇ ਹਾਂ, ਜਿਹੜੀ ਗੱਲ ਇਹ ਕਹਿ ਰਹੇ ਨੇ ਬਹੁਤਿਆਂ ਨੇ ਜ਼ਿਕਰ ਕੀਤਾ ਹੈ, ਬਹੁਤ ਜ਼ਿਆਦਾ ਅੱਜ ਕੱਲ੍ਹ ਜ਼ਿਕਰ ਹੋ ਰਿਹਾ। ਮੈਂ ਕਈ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਸੀ, ਹੁਣ ਵੀ ਜ਼ਿਕਰ ਕਰਦਾ ਕਿ ਸਾਡੇ ਕੋਲ ਇੱਕ ਬੜੀ ਵਿਵਾਦਤ ਕਿਤਾਬ ਹੈ, ਬਿਲਕੁਲ ਜੀ, ਜਿਹਦਾ ਨਾਮ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ। ਇੱਥੇ ਹੀ ਬਸ ਨਹੀਂ, ਕੱਲ ਇੱਕ ਬਿਆਨ ਅਖਬਾਰ ਦੇ ਵਿੱਚ ਛਪਦਾ ਹੈ ਕਿ ਅਸੀਂ ਬਾਬਰੀ ਮਸਜਿਦ ਜਿਹੜੀ ਸਾਡਾ ਗੋਲ ਸੀ ਉਹਨੂੰ ਲੈ ਕੇ ਰਾਮ ਜਨਮ ਭੂਮੀ ਬਣਾਤੀ ਹੈ। ਹੁਣ ਸਾਡਾ ਅਗਲਾ ਗੋਲ, ਇਹ ਅਖਬਾਰ ਦੀ ਖਬਰ ਦੀ ਗੱਲ ਕਰ ਰਿਹਾ ਮੈਂ, ਹੁਣ ਅਗਲਾ ਗੋਲ ਸਾਡਾ ਕੀ ਹੈ? ਉਹ ਹੈ ਸਵਰਨ ਮੰਦਿਰ, ਵਿਸ਼ਨੂੰ ਭਗਵਾਨ ਦਾ ਮੰਦਿਰ। ਵਿਸ਼ਨੂੰ ਭਗਵਾਨ ਦਾ ਮੰਦਿਰ, ਇਹਨੂੰ ਕੌਣ ਕਹਿ ਰਿਹਾ? ਇਹਨੂੰ ਕਹਿ ਰਹੇ ਨੇ ਦਮਦਮਈ ਟਕਸਾਲ ਦੇ ਮੁਖੀ, ਜਿਹੜੀ ਉਹਨਾਂ ਦੀ ਕਿਤਾਬ ਦਾ ਮੈਂ ਪੂਰਾ ਨਾਂ ਭੁੱਲ ਗਿਆ, ਦਰਪਣ ਆਉਂਦਾ ਹੈ, ਉਹਦੇ ਵਿੱਚ ਬਕਾਇਦਾ ਜ਼ਿਕਰ ਆਉਂਦਾ ਹੈ ਕਿ ਇੱਥੇ ਵਿਸ਼ਨੂੰ ਭਗਵਾਨ ਨੇ ਤਪੱਸਿਆ ਕੀਤੀ ਸੀ। ਗੁਰਬਿਲਾਸ ਪਾਤਸ਼ਾਹੀ 6ਵੀਂ, ਜਿਹਦੇ ਮੈਂ 10 ਟਾਕ ਸ਼ੋ ਕੀਤੇ ਨੇ, ਯੂਟਿਊਬਾਂ ਚੜੀਆਂ, ਫੇਸਬੁੱਕ ਅਕਾਊਂਟ ਦੇ ਉੱਤੇ ਪਿਆ, ਉਹਦੇ ਵਿੱਚ ਬਕਾਇਦਾ ਜ਼ਿਕਰ ਆਉਂਦਾ ਹੈ। ਕੌਣ ਲਿਖ ਰਿਹਾ ਉਹਨੂੰ? ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਅਕਾਲ ਤਖਤ ਦੇ ਸਾਬਕਾ ਜਥੇਦਾਰ, ਡਾਕਟਰ ਅਮਰਜੀਤ ਸਿੰਘ, ਜਿਹੜੇ ਕਿ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ। ਉਹਨਾਂ ਨੇ ਬਹੁਤ ਮਿਹਨਤ ਕਰਕੇ ਉਹ ਕਿਤਾਬ 1999 ਜਾਂ 92 ਦੇ ਵਿੱਚ ਛਾਪੀ ਸੀ, ਪਰ ਜਦੋਂ ਇਹਦੇ ਵਿੱਚ ਵਿਵਾਦ ਦਾ ਪਤਾ ਲੱਗਾ ਉਸ ਕਿਤਾਬ ਨੂੰ ਬੈਨ ਕਰ ਦਿੱਤਾ ਗਿਆ। ਥੋੜੇ ਤੌਰ ਤੇ, ਕਹਿਣ ਦੇ ਤੌਰ ਤੇ ਬੈਨ ਕੀਤਾ, ਪਰ ਉਹ ਕਿਤਾਬ ਅੱਜ ਵੀ ਵਿਕ ਰਹੀ ਹੈ। ਮੇਰੇ ਕੋਲ ਕਿਤਾਬ ਪਈ ਹੈ, ਪਹਿਲੇ ਸ਼ੋਅ ਦੇ ਵਿੱਚ ਉਹ ਕਿਤਾਬ ਮੈਂ ਲੈ ਕੇ ਆਇਆ ਸੀ, ਤੁਹਾਨੂੰ ਦਿਖਾਈ ਵੀ ਸਾਡੇ ਦਰਸ਼ਕਾਂ ਨੂੰ ਕਿ ਆਹ ਕਿਤਾਬ ਗੁਰਬਿਲਾਸ ਪਾਤਸ਼ਾਹੀ 6ਵੀਂ, ਉਹਦੇ ਵਿੱਚ ਲਿਖਿਆ ਬਾਬਰੀ ਮਸਜਿਦ ਦਾ ਫੈਸਲਾ ਆਉਣ ਲੱਗਿਆ ਕਿਸੇ ਸਿੱਖ ਵਿਅਕਤੀ ਨੇ ਉਹਨਾਂ ਗ੍ਰੰਥਾਂ ਦਾ ਹਵਾਲਾ ਦੇ ਕੇ ਕਿ ਆਹ ਦੇਖੋ, ਗੁਰੂ ਨਾਨਕ ਪਾਤਸ਼ਾਹ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੋਂ ਅਯੁੱਧਿਆ ਗਏ ਸਨ। ਇੱਕ ਪ੍ਰੂਫ ਮਿਲ ਗਿਆ ਗ੍ਰੰਥਾਂ ਦਾ। ਤੇ ਜਦੋਂ ਕੱਲ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ, 4 ਜਥੇਦਾਰ ਸਾਬਕਾ, ਜਥੇਦਾਰ ਰਣਜੀਤ ਸਿੰਘ, ਜਥੇਦਾਰ ਗਿਆਨੀ ਕੇਵਲ ਸਿੰਘ, ਜਥੇਦਾਰ ਰਣਜੀਤ ਸਿੰਘ ਤੇ ਜਥੇਦਾਰ ਮਨਜੀਤ ਸਿੰਘ, ਤੇ 5ਵਾਂ ਜਥੇਦਾਰ ਕਿਤਾਬ ਨੂੰ ਲਿਖ ਰਿਹਾ, ਜਦੋਂ 5 ਜਥੇਦਾਰ ਇੰਡੋਰਸ ਕਰ ਰਹੇ ਨੇ ਉਸ ਕਿਤਾਬ ਨੂੰ, ਫਿਰ ਤੁਹਾਡਾ ਹਾਲ ਕੀ ਹੋਏਗਾ? ਉਹ ਦਿਨ ਦੂਰ ਨਹੀਂ, ਜਿਨ੍ਹਾਂ ਦਾ ਸਵਰਨ ਮੰਦਿਰ ਹੈ, ਜਿਨ੍ਹਾਂ ਦਾ ਹਰੀ ਮੰਦਿਰ ਹੈ, ਉਹਨਾਂ ਨੇ ਲੈ ਜਾਣਾ ਹੈ। ਫਿਰ ਬਾਅਦ ਦੇ ਵਿੱਚ ਤੁਸੀਂ ਰੌਲਾ ਨਾ ਪਾਇਓ ਕਿ ਸਾਡੇ ਨਾਲ ਹੋਇਆ ਕੀ। ਅੱਜ ਬਣਦਾ ਫਰਜ਼ ਕੀ ਹੈ? ਅੱਜ ਫਰਜ਼ ਬਣਦਾ ਸੀ ਜੀ, ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹ ਇੱਕ ਇਹੋ ਜਿਹਾ ਇੰਟੈਲੈਕਚੁਅਲ ਦਾ ਬੋਰਡ ਬਣਾਉਂਦੇ ਕਿ ਦੁਨੀਆ ਭਰ ਦੇ ਵਿਦਵਾਨ, ਉਹ ਵਿਦਵਾਨ ਨਹੀਂ ਜਿਵੇਂ ਹੁਣ 267 ਬੀੜਾਂ ਦੀ ਇਨਕੁਆਰੀ ਵਾਸਤੇ ਜਿਹੜਾ ਆਪਣਾ ਨੇੜੇ ਦਾ ਮਿੱਤਰ ਸੀ, ਉਹ ਦੂਰੋਂ ਜਾ ਕੇ ਉਸ ਵਕੀਲ ਨੂੰ ਅਪਾਇੰਟ ਕੀਤਾ। ਕੀ ਗੱਲ ਪੰਜਾਬ ਦੇ ਵਿੱਚ ਕੋਈ ਵਕੀਲ ਨਹੀਂ ਸੀ? ਕਿਉਂ ਕੀਤੇ? ਕੁਝੀਆਂ ਸਾਜ਼ਿਸ਼ਾਂ, ਸਾਰਾ ਕੁਝ ਸਾਜ਼ਿਸ਼ਾਂ ਹੀ ਨਹੀਂ। ਜੇ ਅੱਜ ਵੀ ਸਿੱਖ ਕੌਮ ਇਹਨਾਂ ਗ੍ਰੰਥਾਂ ਨੂੰ ਅੱਗ ਲਾ ਕੇ ਨਹੀਂ ਸਾੜਦੀ, ਮੈਂ ਫਿਰ ਰਿਪੀਟ ਕਰ ਰਿਹਾ, ਜਿਨ੍ਹਾਂ ਦੇ ਵਿੱਚ ਵਿਵਾਦ ਹੈ ਜੀ, ਬਿਲਕੁਲ, ਜਾਂ ਆਪਣੇ ਕਬਜ਼ੇ ਦੇ ਵਿੱਚ ਲੈਣ, ਜਿਹੜੀਆਂ ਗੱਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਕੂਲ ਮੇਲ ਖਾਂਦੀਆਂ ਨੇ, ਉਹਨੂੰ ਇਤਿਹਾਸ ਨੂੰ ਅਲੱਗ ਕਰ ਦੇਣ। ਬਾਕੀ ਜਿੰਨਾ ਕੂੜ ਕਬਾੜ ਹੈ, ਭਾਵੇਂ ਉਹ ਪੰਥ ਪ੍ਰਕਾਸ਼ ਹੈ, ਭਾਵੇਂ ਉਹ ਸੂਰਜ ਪ੍ਰਕਾਸ਼ ਹੈ, ਭਾਵੇਂ ਉਹ ਗੁਰਬਿਲਾਸ ਪਾਤਸ਼ਾਹੀ 6ਵੀਂ ਨੇ, ਭਾਵੇਂ ਉਹ ਬਾਲੇ ਵਾਲੀ ਜਨਮ ਸਾਖੀ ਹੈ, ਭਾਵੇਂ ਉਹ ਬਚਿੱਤਰ ਨਾਟਕ ਹੈ, ਪਤਾ ਨਹੀਂ ਕਿੰਨੇ ਸਾਡੇ ਕੋਲ ਗ੍ਰੰਥ ਪਏ ਨੇ, ਪਰ ਕਰੇਗਾ ਕੌਣ? ਜਿਨ੍ਹਾਂ ਨੇ ਕਰਨਾ ਸੀ 30 ਸਾਲ ਮਿਹਨਤ ਕਰਕੇ ਦੁਨੀਆ ਭਰ ਦੇ ਵਿੱਚ ਲਲਕਾਰ ਕੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਰਾਮ ਜਨਮ ਭੂਮੀ ਅਸੀਂ ਲੈ ਲਈ ਹੈ। ਮੈਂ ਰਿਪੀਟ ਫਿਰ ਕਰਦੇ ਹਾਂ ਕਿ ਸਵਰਨ ਮੰਦਿਰ ਜਿਹੜਾ ਤੁਸੀਂ ਕਹਿ ਰਹੇ ਹੋ, ਜਿਹਨੂੰ ਤੁਸੀਂ ਹਰੀ ਮੰਦਿਰ ਕਹਿ ਰਹੇ ਹੋ, ਇਹ ਕਦੇ ਹਰੀ ਮੰਦਿਰ ਨਹੀਂ ਸੀ। ਇਹ ਸਾਡੇ ਜਿਹੜੇ ਸੰਪਰਦਾਵਾਂ ਦੇ ਮੁਖੀ ਹੋਏ ਨੇ, ਉਹਨਾਂ ਨੇ ਇਹ ਨਾਮ ਦਿੱਤੇ ਨੇ। ਕਿਤਾਬਾਂ ਦੇ ਵਿੱਚ ਆਪਣੀਆਂ 'ਚ ਜ਼ਿਕਰ ਕੀਤਾ ਹੈ ਕਿ ਕਛਹਿਰਾ ਸਾਨੂੰ ਹਨੂਮਾਨ ਤੋਂ ਆਇਆ ਹੈ। ਜਦ ਤੁਸੀਂ ਲਿਖੋਗੇ ਸਾਰਾ ਕੁਝ, ਤੇ ਫਿਰ ਉਹ ਦਿਨ ਦੂਰ ਨਹੀਂ
ਜਿਸ ਦਿਨ ਤੁਹਾਨੂੰ ਆ ਕੇ ਕਹਿਣਗੇ ਕਿ ਵਾਕਈ ਜੀ ਸਾਡਾ ਜ਼ਿਕਰ ਤੁਹਾਡੇ ਗ੍ਰੰਥਾਂ ਦੇ ਵਿੱਚ ਹੈ, ਇਹ ਤਾਂ ਸਾਡੀ ਥਾਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਭੁੰਜੇ ਸੌਂਦੇ ਰਹੇ ਨੇ ਕਿਉਂਕਿ ਵਿਸ਼ਨੂੰ ਮਹਾਰਾਜ ਦੀ ਥਾਂ ਸੀ। ਵਿਸ਼ਨੂੰ ਮਹਾਰਾਜ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਹੁਕਮ ਕੀਤਾ ਹੈ, ਇਹ ਗ੍ਰੰਥਾਂ ਦੇ ਵਿੱਚ ਲਿਖਿਆ ਹੈ। ਪਰ ਸਾਡਾ ਦੁਖਾਂਤ ਇਹ ਹੈ, ਸਾਡੇ ਸਥਾਨਕ, ਮੈਂ ਬਹੁਤਾ ਦੂਰ ਨਾ ਜਾਵਾਂ, ਸਾਡੇ ਇੱਥੇ ਦੇ ਗੁਰਦੁਆਰਿਆਂ ਦੇ ਵਿੱਚ ਕੁਝ ਸਰੀ ਦੇ, ਕੁਝ ਬਾਹਰਲੇ ਗੁਰਦੁਆਰੇ ਜਿੱਥੇ ਬਕਾਇਦਾ ਪੰਥ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਦੀ ਕਥਾ ਹੋ ਰਹੀ ਹੈ। ਬਿਲਕੁਲ ਜੀ, ਬੜੇ ਬਿਗ ਲੈਵਲ ਕਿਉਂ ਕਰ ਰਹੇ ਨੇ? ਕਿਉਂ ਪ੍ਰਮੋਟ ਕਰ ਰਹੇ ਨੇ? ਕੀ ਤੁਹਾਨੂੰ ਲੱਗਦਾ ਸਿੱਖੀ ਦੀ ਪ੍ਰਮੋਟ ਕਰ ਰਹੇ ਨੇ? ਨੋ, ਸਿੱਖੀ ਨੂੰ ਖਤਮ ਕਰਨ ਦੀਆਂ ਕੁਝੀਆਂ ਚਾਲਾਂ ਨੇ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ, ਜਿਹਦੇ ਵਿੱਚ ਮਤਲਬ ਕਿ ਏਡਾ ਵੱਡਾ ਸਮੁੰਦਰ ਹੈ, ਜੇ ਤੁਹਾਨੂੰ ਉਹ ਨਹੀਂ ਸਮਝ ਆ ਸਕਿਆ, ਫਿਰ ਤੁਹਾਨੂੰ ਇਹਨਾਂ ਗ੍ਰੰਥਾਂ ਨੇ ਵੀ ਕੁਝ ਨਹੀਂ ਦੇਣਾ। ਹਮੇਸ਼ਾ ਹੀ ਕੁਛ ਨਾ ਕੁਛ ਹੁੰਦਾ। ਜੇ ਹੁਣ ਅਸੀਂ ਗੱਲ ਕਰੀਏ ਤੇ ਜਿਹੜੇ ਸਾਡੇ ਰਾਗੀ ਢਾਡੀ ਪ੍ਰਚਾਰਕ ਆ, ਉਹ ਵੀ ਕਈ ਇਹ ਪ੍ਰਚਾਰ ਕਰ ਰਹੇ ਹੈਗੇ ਕਿ ਪਟਨਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤ ਸ਼ਿਵਦੱਤ ਨੂੰ ਰਾਮ ਰੂਪ ਵਿੱਚ ਆ ਕੇ ਦਰਸ਼ਨ ਦਿੱਤੇ ਸੀ। ਵਾਹ, ਬਿਲਕੁਲ ਬਿਲਕੁਲ। ਮੈਂ ਹੈਰਾਨ ਹੁੰਦੀ ਆ ਕਿ ਅਸੀਂ ਐਡੇ ਵੱਡੇ ਅਸੀਂ ਆਪਣੇ ਆਪ ਨੂੰ ਪ੍ਰਚਾਰਕ ਕਹਿੰਦੇ ਆ ਕਿ ਇਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰਿਆ ਹੀ ਨਹੀਂ। ਕਿਉਂ? ਇਹ ਮਨ ਘੜਤ ਕਹਾਣੀਆਂ ਦੇ ਨਾਲ ਹੀ ਲੋਕਾਂ ਨੂੰ ਉਲਝਾਈ ਰੱਖਦੇ ਨੇ। ਵਿਚਾਰਿਆ ਤਾਂ ਹੋਵੇ ਜੇ ਕਿਤੇ ਪੜਿਆ ਹੋਵੇ। ਜੇ ਪੜਾਂਗੇ ਤਾਂ ਹੀ ਵਿਚਾਰਾਂਗੇ ਨਾ। ਉਹ ਤਾਂ ਠੇਕੇ ਤੇ ਹੈ, ਸਾਰਾ ਕੁਝ ਠੇਕੇ ਤੇ ਹੈ। ਜਿਹਨੂੰ ਮਰਜੀ, ਜਿਹੜੇ ਮਰਜੀ ਗੁਰਦੁਆਰੇ ਜਾ ਕੇ ਦੇਖ ਲਓ। ਮਾਫ ਕਰਨਾ, ਮੈਂ ਗੁਰਦੁਆਰੇ ਦੇ ਖਿਲਾਫ ਨਹੀਂ, ਚਾਹੀਦੇ ਨੇ ਸਾਡੇ ਧਾਰਮਿਕ ਸਥਾਨ। ਸਾਡੇ ਸ਼ਹੀਦ ਭਾਈ ਮੇਵਾ ਸਿੰਘ ਵਰਗਿਆਂ ਨੇ ਸਥਾਨ ਸਾਨੂੰ ਦਿੱਤੇ ਨੇ ਸ਼ਹਾਦਤਾਂ ਦੇ ਕੇ। ਪਰ ਉਹਨਾਂ ਸਥਾਨਾਂ ਦੇ ਉੱਤੇ ਜੇ ਤੁਸੀਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਦੀ ਵਿਆਖਿਆ ਕਰਵਾ ਰਹੇ ਹੋ, ਤੁਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ। ਤੁਹਾਡੇ ਸਾਹਮਣੇ ਉਦਾਹਰਣ ਪਈ ਹੈ, ਤੁਹਾਡੇ ਸਾਹਮਣੇ ਪਈ ਹੈ। ਮੈਂ ਤੁਹਾਨੂੰ ਅਖਬਾਰ ਦੀ ਉਹਦੀ ਨਿਊਜ਼ ਦੀ ਕਟਿੰਗ ਵੀ ਤੁਹਾਨੂੰ ਮੈਂ ਦਿੰਦਾ ਕਿ ਕਿੱਥੇ ਉਹਨਾਂ ਲਿਖ ਕੇ ਭੇਜਿਆ ਕਿ ਕੀ ਕੁਝ ਹੋ ਰਿਹਾ। ਕਦੋਂ ਜਾਗਾਂਗੇ ਅਸੀਂ? ਜਾਗਣਾ ਕਦੋਂ ਹੈ? ਗੁਰਬਾਣੀ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ, ਬਹੁਤ ਸੱਜਣ ਸਾਡੇ ਕਹਿ ਦਿੰਦੇ ਆ ਕਿ ਗੁਰਬਾਣੀ ਦੇ ਵਿੱਚ ਤਾਂ ਥਾਂ ਰਾਮ ਆਇਆ, ਹਜ਼ਾਰਾਂ ਵਾਰ ਰਾਮ ਆਇਆ। ਬਿਲਕੁਲ ਜੀ, ਸਾਰੇ ਕਹਿੰਦੇ ਆ ਕਿ ਜ਼ਿਕਰ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਰਾਮ ਦਾ ਜ਼ਿਕਰ ਕੀਤਾ ਗਿਆ। ਦੋ ਚੀਜ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਕ ਰਾਮ ਆਉਂਦਾ, ਉਹ ਜਿਹੜਾ ਰਮਿਆ ਹੋਇਆ, ਹਰ ਜੀਵ ਦੇ ਵਿੱਚ ਰਮਿਆ ਹੋਇਆ ਰਾਮ ਹੈ। ਉਸ ਪਰਿਪੂਰਨ ਪ੍ਰਮਾਤਮਾ ਦੇ ਕਈ ਨਾਮ ਨੇ। ਕਿਸੇ ਨੇ ਹਰੀ ਕਿਹਾ, ਕਿਸੇ ਨੇ ਗੁਰੂ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਪਤਾ ਨਹੀਂ ਕਿੰਨੇ ਕੁ ਨਾਮ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਰ ਜਿਹੜਾ ਰਾਮ ਜਦੋਂ ਦਸ਼ਰਥ ਦੇ ਪੁੱਤਰ ਲਈ ਆਇਆ, ਉਹਦਾ ਵੀ ਜ਼ਿਕਰ ਕਰਦਾ। ਜਿਹੜਾ ਰਾਮ ਦੁਨੀਆ ਦੇ ਵਿੱਚ ਰਮਿਆ ਪਿਆ, ਉਸ ਰਾਮ ਦਾ ਵੀ ਜ਼ਿਕਰ ਕਰਦੇ ਆ ਗੁਰਬਾਣੀ ਮੁਤਾਬਕ। ਅੰਗ 865 ਦੇ ਉੱਤੇ ਇੱਕ ਸ਼ਬਦ ਆਉਂਦਾ ਹੈ, ਰਮਤ ਰਾਮ ਸਭ ਰਹਿਓ ਸਮਾਏ। ਰਮਤ ਰਾਮ ਸਭ ਰਹਿਓ ਸਮਾਏ। ਇਹ ਰਾਮ ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ ਕੀਤੀ। ਇਹ ਉਹ ਰਾਮ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾ ਹੈ। ਉਹ ਰਾਮ ਦੀ ਗੱਲ ਕੀਤੀ ਹੈ। ਕਿਹੜੇ ਰਾਮ ਦੀ ਗੱਲ ਕੀਤੀ ਹੈ? ਗੁਰਬਾਣੀ ਦੇ ਵਿੱਚ ਇੱਕ ਵਾਰੀ ਨਹੀਂ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੁਛ ਬੋਲੇ। ਇਹ ਕੌਣ ਹੈ ਰਾਮ? ਦਸ਼ਰਥ ਦਾ ਪੁੱਤਰ ਨਹੀਂ। ਦਸ਼ਰਥ ਦੇ ਪੁੱਤਰ ਦਾ ਇੱਥੇ ਜ਼ਿਕਰ ਨਹੀਂ ਆਇਆ। ਕਬੀਰ ਰਾਮ ਕਹਿਨ ਮੈਂ ਭੇਦ ਹੈ। ਭਗਤ ਕਬੀਰ ਜੀ ਕਹਿ ਰਹੇ ਨੇ, ਧਿਆਨ ਨਾਲ ਸੁਣਿਓ। ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੈ ਕਹਿ, ਸੋਈ ਕਉਤਕਾਰ। ਹੁਣ ਗੁਰਬਾਣੀ ਦੇ ਅੰਦਰ 1374 ਅੰਗ ਦੇ ਵਿੱਚ ਇਸ ਸ਼ਬਦ ਦਾ ਜ਼ਿਕਰ ਆਉਂਦਾ ਹੈ। ਮੇਰਾ ਖਿਆਲ ਹੈ ਜੇ ਅਸੀਂ ਬੜੇ ਧਿਆਨ ਦੇ ਨਾਲ ਗੁਰਬਾਣੀ ਨੂੰ ਪੜ੍ਹੀਏ ਤੇ ਗੁਰਬਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਤੁਹਾਨੂੰ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਰਾਮ ਰਾਮ ਕਰਤਾ ਸਭ ਜਗ ਫਿਰ ਹੈ। ਗੁਰਬਾਣੀ ਦੇ ਵਿੱਚ ਬਕਾਇਦਾ ਰਾਗ ਬਿਹਾਗੜਾ ਦੇ ਵਿੱਚ ਅੰਗ 341 ਦੇ ਉੱਤੇ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਅਗਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। 555 ਅੰਗ ਦੇ ਉੱਤੇ ਦਾ ਜ਼ਿਕਰ ਕੀਤਾ ਹੈ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਹੋਰ ਕੇਤੇ ਪਤਾ ਨਹੀਂ ਕਿੰਨੇ। ਜੇ ਰਾਮ ਇੱਕ ਹੈ ਫਿਰ ਤਾਂ ਦਸ਼ਰਥ ਵਾਲਾ, ਦਸ਼ਰਥ ਦਾ ਪੁੱਤਰ ਹੈ। ਇਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਨਾਨਕ
ਨਿਰਭਉ ਨਿਰੰਕਾਰ ਹੋਰ ਕੇਤੇ RAM ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਇਹ ਉਸ ਰਾਮ ਲਈ ਜਿਹੜਾ ਰਮਿਆ ਹੋਇਆ। ਜੀ। ਅੱਗੇ ਚੱਲੀਏ ਆਪਾਂ। ਰੋਵੈ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗਿਆ। ਇੱਥੇ ਜਿਹੜਾ ਜ਼ਿਕਰ ਆ ਰਿਹਾ ਹੈ ਕਿ ਰਾਮ ਦਸ਼ਰਥ ਦਾ ਪੁੱਤਰ ਹੈ ਜਿਹੜਾ ਜਦੋਂ ਸੀਤਾ ਤੇ ਲక్ష్మణ ਵਿਛੜ ਜਾਂਦੇ ਨੇ ਫਿਰ ਭੁੱਬਾ ਮਾਰ ਹੁੰਦਾ। ਇੱਥੇ ਉਸ ਰਾਮ ਦਾ ਜ਼ਿਕਰ ਆਇਆ। ਇੱਥੇ ਉਸ ਰਾਮ ਦਾ ਜ਼ਿਕਰ ਆਇਆ। ਪਾਂਡੇ ਤੁਮਰਾ रामचंद्र सो भी आवत देखा था रावण सेती सरबर होई घर की जाए गवाई थी। भगत नामदेव जी राग गौण ਦੇ ਵਿੱਚ ਜ਼ਿਕਰ ਕਰ ਰਹੇ ਨੇ। ਉੱਥੇ ਦਸ਼ਰਥ ਦੇ ਪੁੱਤਰ ਦਾ ਜ਼ਿਕਰ ਆ ਰਿਹਾ ਹੈ। ਮਨ ਮੈਂ ਝੂਰਿਆ ਰਾਮਚੰਦ, ਇਹ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿਉਂਕਿ ਅਸੀਂ ਗੁਰਬਾਣੀ ਨੂੰ ਕਦੇ ਪੜ੍ਹ ਕੇ ਉਹਨੂੰ ਵਿਚਾਰਿਆ ਨਹੀਂ, ਧਿਆਨ ਨਾਲ ਦੇਖਿਆ ਨਹੀਂ ਵੀ ਗੁਰਬਾਣੀ ਕਹਿ ਕੀ ਰਹੀ ਹੈ। ਮਨ ਮੈਂ ਝੂਰਿਆ ਰਾਮਚੰਦ ਸੀਤਾ ਲక్ష్మణ ਜੋਗ ਹਣਵੰਤਰ ਅਰਾਧਿਆ ਆਇਆ ਕਰ ਸੰਜੋਗ। 12 ਤੇ ਵਧੇਕ ਜਿਹੜੇ ਸ਼ਲੋਕ ਆਉਂਦੇ ਨੇ ਪਹਿਲੀ ਪਾਤਸ਼ਾਹੀ ਦੇ ਸ਼ਲੋਕ ਨੇ ਅੰਗ 1412 ਦੇ ਉੱਤੇ ਉਹਦੇ ਬਕਾਇਦਾ ਇਸ ਰਾਮ ਦਾ ਜ਼ਿਕਰ ਕੀਤਾ ਹੈ ਜਿਸ ਰਾਮ ਜਨਮ ਭੂਮੀ ਨੂੰ 5 ਤਰੀਕ ਨੂੰ ਉਹਦੀ ਪੂਜਾ ਹੋਈ ਹੈ। ਮੁਬਾਰਕ ਹੈ। ਗੁਰਬਾਣੀ ਦੇ ਵਿੱਚ ਆਉਂਦਾ ਹੈ ਜ਼ਿਕਰ ਜੀ, ਪਰ ਗੁਰਬਾਣੀ ਦੇ ਵਿੱਚ ਜਿੱਥੇ ਜ਼ਿਕਰ ਆਉਂਦਾ ਹੈ ਉਹਨੂੰ ਪੜ੍ਹਨਾ ਤੇ ਸਮਝਣਾ ਸਾਡੀ ਡਿਊਟੀ ਬਣਦੀ ਹੈ। ਰਾਮ ਗਇਓ, ਅਸੀਂ ਭੋਗ ਵੇਲੇ ਪੜ੍ਹਦੇ ਹਾਂ। ਰਾਵਣ ਗਇਓ ਜਾਖੋ ਬਹੁ ਪਰਵਾਰ ਕਹਿ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਨੌਵੇਂ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਉਹ ਰਾਮ ਗਿਆ, ਰਾਵਣ ਵੀ ਚਲਾ ਗਿਆ ਜਿਹਦੇ ਨਾਲ ਲੜਾਈ ਸੀ। ਕੋਈ ਇਸ ਸੰਸਾਰ ਦੇ ਵਿੱਚ ਥਿਰ ਨਹੀਂ ਰਿਹਾ। ਸਾਡੇ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਜਿੱਥੇ ਰਾਮ ਦਾ ਜ਼ਿਕਰ ਦਸ਼ਰਥ ਦੇ ਪੁੱਤਰ ਬਾਬਤ ਆਉਂਦਾ ਹੈ ਉਹਦਾ ਵਰਣਨ ਕਰਨਾ ਸਾਡੇ ਪ੍ਰਚਾਰਕਾਂ ਲਈ ਬਣਦਾ ਹੈ। ਪਰ ਸਾਡੀ ਮੁਸ਼ਕਲ ਕੀ ਹੈ, ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਸੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵ ਹੈ ਗੁਸਈਆਂ, ਕੋਈ ਅਲਾਏ, ਉਸ ਗੱਲ ਨੂੰ ਅਸੀਂ ਭੁੱਲ ਗਏ। ਅਸੀਂ ਤਾਂ ਇਹ ਬਣਾ ਲਿਆ ਕਿ ਨਹੀਂ ਮੈਂ ਟਕਸਾਲ ਦਾ ਵਾਂ, ਟਕਸਾਲ ਨੇ ਤਾਂ ਆਹ ਪੜ੍ਹਨਾ, ਮੈਂ ਅਖੰਡ ਕੀਰਤਨੀਆ ਵਾਂ, ਮੈਂ ਇਹ ਪੜ੍ਹਨਾ। ਉਹ ਕਹਿੰਦਾ ਨੋ ਮੈਂ ਤਾਂ ਰਵਿਦਾਸੀ ਵਾਂ। ਅਸੀਂ ਇੰਨੀਆਂ ਵੰਡੀਆਂ ਪਾ ਲਈਆਂ ਜਿਹਦੇ ਕਰਕੇ ਜੇ ਅਸੀਂ ਅੱਜ ਨਾ ਜਾਗੇ ਤੇ ਜਿਵੇਂ ਰਾਮ ਜਨਮ ਭੂਮੀ ਦੀ ਪੂਜਾ ਹੋਈ ਹੈ, ਮੈਂ ਅੱਜ ਓਪਨਲੀ ਕਹਿ ਦਿੰਦਾ ਭਾਵੇਂ ਮੇਰੇ ਜਾਣ ਤੋਂ ਬਾਅਦ ਇਹ ਬਣਦੀ ਹੈ ਗੱਲ, ਜੇ ਸਿੱਖ ਨਾ ਜਾਗਿਆ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਜਿਹਦਾ ਨਾਮ ਤੁਸੀਂ ਗੋਲਡਨ ਟੈਂਪਲ ਰੱਖਿਆ ਹੋਇਆ, ਹਰਿਮੰਦਰ ਰੱਖਿਆ, ਹਰਿਮੰਦਰ ਨਹੀਂ ਹੈ ਨਾ, ਉਹ ਗੋਲਡਨ ਟੈਂਪਲ ਹੈ। ਗੋਲਡ ਮਹਾਰਾਜਾ ਰਣਜੀਤ ਸਿੰਘ 18ਵੀਂ ਸਦੀ ਦੇ ਵਿੱਚ ਆ ਕੇ ਲਾਉਂਦੇ ਨੇ, 19ਵੀਂ ਸਦੀ ਦੇ ਵਿੱਚ ਤੁਸੀਂ ਉਹਨੂੰ ਗੋਲਡਨ ਟੈਂਪਲ ਬਣਾ ਦਿੱਤਾ। ਗੋਲਡਨ ਟੈਂਪਲ ਸਾਊਥ ਦੇ ਵਿੱਚ ਇੱਕ ਹੋਰ ਮੰਦਿਰ ਹੈ ਜਿਹਦਾ ਨਾਮ ਗੋਲਡਨ ਟੈਂਪਲ ਹੈ ਜੀ, ਬਿਲਕੁਲ, ਪਰ ਤੁਸੀਂ ਹੌਲੇ ਹੌਲੇ ਇਹਨੂੰ ਗੋਲਡਨ ਟੈਂਪਲ ਬਣਾ ਦਿੱਤਾ। ਤੁਸੀਂ ਉਹਨੂੰ ਪੂਜਾ ਹਰਿਮੰਦਰ ਬਣਾ ਦਿੱਤਾ। ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਕਿਸੇ ਨੂੰ ਪੁੱਛ ਕੇ ਦੇਖੋ, ਉਹ ਹਮੇਸ਼ਾ ਹੀ ਜ਼ਿਕਰ ਕਰਦੇ ਆ ਕਿ ਇਹ ਹਰਿਮੰਦਰ ਨਹੀਂ ਦਰਬਾਰ ਸਾਹਿਬ ਹੈ। ਦਰਬਾਰ ਸਾਹਿਬ ਹੈ, ਬਿਲਕੁਲ ਜੀ, ਦਰਬਾਰ ਸਾਹਿਬ ਸਾਰੇ ਕਹਿੰਦੇ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਹਿੰਦੇ, ਦਰਬਾਰ ਸਾਹਿਬ ਅੰਮ੍ਰਿਤਸਰ ਕਹਿੰਦੇ ਆ। ਪਰ ਹੌਲੇ ਹੌਲੇ ਸਾਡੇ ਜਿਹੜੇ ਕੱਚ ਘਰੜ ਉਹ ਵਿਦਵਾਨ ਜਿਨ੍ਹਾਂ ਦੀ RSS ਦੇ ਨਾਲ ਯਾਰੀ ਹੈ, ਉਹਨਾਂ ਨੇ ਉਹ ਕੰਮ ਕਰ ਨਹੀਂ ਪਾਇਆ ਜਿਵੇਂ ਇਕਬਾਲ ਸਿੰਘ ਅਗਿਆਨੀ ਨੇ ਕੀਤਾ। ਇਸ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਜੀ। ਬਿਲਕੁਲ ਜੀ, ਸਾਡੀਆਂ ਲਾਈਨਸ ਵੀ ਓਪਨ ਆ, ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ। ਤੁਹਾਡੇ ਦਿਲ ਦੇ ਵਿੱਚ ਕੋਈ ਸਵਾਲ ਹੈ ਜਾਂ ਕੋਈ ਗੱਲ ਤੁਸੀਂ ਆਪਣੀ ਕਹਿਣਾ ਚਾਹੁੰਦੇ ਹੋ, ਤੁਸੀਂ ਵੀ ਕਹਿ ਸਕਦੇ ਹੋ। ਤੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਵਿਵਾਦ ਆ, ਹੁਣ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਆ, ਅਸੀਂ ਹੁਣ ਹਰਮੰਦਰ ਸਾਹਿਬ ਦੀ ਗੱਲ ਕੀਤੀ ਆ, ਜਦੋਂ ਸਾਡੇ ਬੱਚੇ ਇੱਥੋਂ ਜਾਂਦੇ ਵੀ ਆ ਜਾਂ ਸਾਡੇ ਬੱਚੇ ਕੁਝ ਪੁੱਛਦੇ ਹੋ, ਕਹਿੰਦੇ ਆ ਗੋਲਡਨ ਟੈਂਪਲ ਜਾਣਾ। ਜਾਂ ਬਿਲਕੁਲ ਬਿਲਕੁਲ ਸਾਰੇ ਕਹਿਣਗੇ ਗੋਲਡਨ ਟੈਂਪਲ ਜਾਣਾ। ਬੱਚੇ ਸਾਡੇ ਕੋਈ ਵੀ ਨਹੀਂ ਕਹਿੰਦੇ ਦਰਬਾਰ ਸਾਹਿਬ ਅੰਮ੍ਰਿਤਸਰ, ਕੋਈ ਨਹੀਂ ਕਹਿੰਦੇ ਦਰਬਾਰ ਸਾਹਿਬ ਤਾਂ ਕੋਈ ਨਹੀਂ ਕਹਿੰਦਾ, ਅੰਮ੍ਰਿਤਸਰ ਵੀ ਕੋਈ ਨਹੀਂ ਕਹਿੰਦਾ, ਗੋਲਡਨ ਟੈਂਪਲ ਜਾਂ ਹਰਮੰਦਰ ਕਹਿੰਦੇ ਹੈਗੇ। ਬਿਲਕੁਲ। ਸੋ ਇੱਥੇ ਸਾਫ਼ ਅਗਲਿਆਂ ਨੇ ਦੱਸਿਆ ਹੈਗਾ ਕਿ ਜਿੱਦਾਂ ਅਸੀਂ ਬਾਬਰੀ ਮਸਜਿਦ ਦੀ ਜ਼ਮੀਨ ਨਹੀਂ ਨਾ ਛੱਡੀ, ਇੰਨੇ ਸਾਲ ਘਾਲਣ ਤੋਂ ਬਾਅਦ ਅਸੀਂ 1528 ਤੋਂ ਲੈ ਕੇ 2020 ਤੱਕ 500 ਵਰੇ ਹੋ ਗਏ ਨੇ, ਤਕਰੀਬਨ 492 ਵਰੇ ਨੇ। ਔਰ ਬਕਾਇਦਾ ਯੋਗੀ ਜੀ
ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ, ਉਹ ਸਾਡੇ ਕਹਿ ਰਹੇ ਨਾਲ ਨੇ। ਕਾਲਰ ਜੀ ਜ਼ਰੂਰ ਇੱਕ। ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਵੀਰ ਜੀ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਵੀਰ ਜੀ, ਇੱਕ ਹੁਣੇ ਮੈਂ ਇੱਕ ਚੀਜ਼ ਸੁਣਦਾ ਹਟਿਆ ਵੀ ਕਹਿੰਦੇ ਇਕਬਾਲ ਸਿੰਘ ਪਟਨੇ ਵਾਲਾ ਕਹਿ ਰਿਹਾ ਵੀ ਜਦੋਂ ਭਿੰਡਰਾਂ ਵਾਲੇ ਨੇ ਕਿਹਾ ਸੀ ਵੀ ਰਿਮਾਂਡ ਬਾਰੇ ਵੀ ਉਦੋਂ ਤੁਸੀਂ ਕਿਉਂ ਨਹੀਂ ਵਿਰੋਧ ਕੀਤਾ ਹੈਗਾ, ਕਿ ਹੁਣ ਮੇਰੇ ਕਹੇ ਤੇ ਕਿਉਂ ਕਰਦੇ ਹੋ। ਓਕੇ। ਤੇ ਵੀ ਇਹ ਚੀਜ਼ ਹੁਣ ਆਪਣੇ ਜਿੰਨੇ ਵੀ ਉਰੇ ਗੁਰਦੁਆਰੇ ਨੇ, ਜਿੰਨੇ ਵੀ ਖਾਲਸਾ ਰਾਜ ਦੀਆਂ ਟਰਾਂ ਮਾਰਦੇ ਆ ਅਸੀਂ, ਤੇ ਹੁਣ ਉਹ ਸਾਰਿਆਂ ਨੂੰ ਮਾੜਾ ਜਿਹਾ ਇਕੱਠੇ ਕਰੋ ਕਿ ਵੀ ਇੱਕ ਮਤਾ ਪਾਓ, ਇੱਥੇ ਮਤਾ ਪਾ ਕੇ ਵੀ ਜਿੰਨਾ ਜਿਹੜਾ ਗੁਰਬਾਣੀ ਪਾਠ ਦਰਪਣ ਲਿਖਿਆ ਜਾਂ ਜਿਹੜੀਆਂ ਲਿਖਤਾਂ ਦੇ ਵਿੱਚ ਬਾਹਮਣ ਬਾੜਿਆ ਹੋਇਆ, ਉਹ ਸਾਰੀਆਂ ਨੂੰ ਇਕੱਠੀਆਂ ਕਰਕੇ ਇੱਥੇ ਅੱਗ ਲਾਓ, ਖਤਮ ਕਰੋ, ਵਿੱਚੋਂ ਕੱਢੋ ਜੀ। ਹਾਂਜੀ ਹੁਣ ਤਾਂ ਬਹੁਤ ਖੂਬ ਜੀ, ਬੜਾ ਵਧੀਆ ਸਵਾਲ ਹੈ ਇਹਨਾਂ ਦਾ, ਥੈਂਕ ਯੂ ਨੌਜਵਾਨ ਜੀ ਦਾ। ਤੁਹਾਡਾ। ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਆ ਜੀ? ਹਾਂਜੀ ਦੂਸਰੀ ਗੱਲ ਇਹ ਹੈ ਨਾ ਜੀ, ਅਸੀਂ ਉਹ ਅਗਲੇ ਤਾਂ ਸਾਨੂੰ ਨਿਗਲ ਕੇ ਖਾ ਕੇ ਹੁਣ ਅਗਾਲੀ ਵੀ ਸ਼ੁਰੂ ਕਰਤੀ ਉਹਨਾਂ ਨੇ ਡੰਗਰਾਂ ਨੇ ਤਾਂ, ਤੇ ਅਸੀਂ ਹਲੇ ਉਹਨਾਂ ਦੀ ਦੀਵਾਲੀ, ਰੱਖੜੀ, ਦੁਸਹਿਰਾ ਅਸੀਂ ਉਹ ਆਪਦੇ ਉਹਦੇ ਚ ਉਲਝੇ ਪਏ ਆ ਵੀ ਉਹਦੇ ਚੋਂ ਨਿਕਲ ਕੇ ਗੁਰਦੁਆਰਾ ਕਮੇਟੀਆਂ ਇਕੱਠੀਆਂ ਹੋਣ, ਜਿਹੜੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਨੇ, ਇੱਥੋਂ ਸ਼ੁਰੂਆਤ ਕਰੋ ਤੇ ਕੱਢ ਕੇ ਇਹਨਾਂ ਨੂੰ ਇਕੱਠਾ ਕਰਕੇ ਸਮਾਨ ਸਾਰਾ ਉਹਨੂੰ ਅੱਗ ਲਾਓ, ਜੜੋਂ ਵੱਢੋ, ਤਾਂ ਗੱਲ ਬਣਨੀ ਹੈ ਇਹ ਜੀ। ਥੈਂਕ ਯੂ ਜੀ ਤੁਹਾਡਾ ਸਾਨੂੰ ਕਾਲ ਕਰਨ ਲਈ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਅਸਲ ਦੇ ਵਿੱਚ ਨਾ ਮੁਸ਼ਕਲ ਇਹ ਹੈ ਕਿ ਅਸੀਂ ਕਈ ਵਾਰੀ ਬਲੇਮ ਕਰ ਦਿੰਦੇ ਆ। ਮੈਂ ਸ਼ਾਇਦ ਇੱਕ ਵਾਰੀ ਜ਼ਿਕਰ ਵੀ ਕੀਤਾ ਸੀ, ਗਿਆਨੀ ਜਸਵੰਤ ਸਿੰਘ ਗੁਰਦੁਆਰਾ ਮੰਜੀ ਸਾਹਿਬ ਕਥਾ ਕਰਦੇ ਆ ਸ਼ਾਮ ਨੂੰ, ਬਹੁਤ ਵਧੀਆ ਕਥਾਵਾਚਕ ਨੇ। ਜਥੇਦਾਰ ਰਣਜੀਤ ਸਿੰਘ ਉਹਨਾਂ ਦੇ ਬੜੇ ਮਿੱਤਰ ਸਨ। ਮੇਰੇ ਨਾਲ ਜ਼ਿਕਰ ਹੋਇਆ, ਉਹ ਕਹਿਣ ਲੱਗੇ ਕੁਲਦੀਪ ਸਿੰਘ ਤੁਹਾਡੇ ਇਲਾਕੇ 'ਚ ਆ ਰਹੇ ਨੇ ਗਿਆਨੀ ਜਸਵੰਤ ਸਿੰਘ ਨੇ, ਇੱਕ ਗਿਆਨੀ ਜਸਵੰਤ ਸਿੰਘ ਪਰਵਾਨਾ ਨੇ, ਉਹਨੇ ਇਹ ਗਿਆਨੀ ਜਸਵੰਤ ਸਿੰਘ ਦਰਬਾਰ ਸਾਹਿਬ ਕਥਾ ਕਰਦੇ ਆ। ਤੇ ਮੈਨੂੰ ਯਾਦ ਹੈ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਮੈਂ ਉਹਨਾਂ ਨੂੰ ਮਿਲਣ ਗਿਆ। ਮੇਰੀ ਆਦਤ ਹੈ ਕਿ ਮੈਂ ਹਮੇਸ਼ਾ ਅੱਗੇ ਬਹਿਣਾ, ਬਿਲਕੁਲ ਫਰੰਟ ਦੇ ਵਿੱਚ ਬੈਠਾ, ਤੇ ਉਹ ਕਥਾ ਕਰ ਲਿਓ ਜਿਹੜੀਆਂ ਇਹ ਪੰਥ ਪ੍ਰਕਾਸ਼ ਜਾਂ ਸੂਰ ਪ੍ਰਕਾਸ਼ ਦੇ ਵਿੱਚੋਂ ਕਿਸੇ ਚੋਂ ਕਥਾ ਕਰ ਰਹੇ ਸਨ। ਕਥਾ ਕਰਦੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਦੇ ਨਾਲ ਜੰਗਲ ਵੱਲ ਨੂੰ ਜਾਂਦੇ ਆ ਸ਼ਿਕਾਰ ਖੇਡਣ ਵਾਸਤੇ, ਉਹ ਜਿਵੇਂ ਪਹਿਲਾਂ ਹੇਕ ਲਾ ਕੇ ਇੱਕ ਬੋਲਦਾ, ਦੁਬਾਰਾ ਉਹ ਬੋਲਦੇ ਆ। ਉਹ ਕਹਿਣ ਲੱਗੇ ਕਿ ਉਸ ਵਕਤ ਗੁਰੂ ਸਾਹਿਬ ਨੇ ਸਿੰਘਾਂ ਨੂੰ ਡੱਬੀ ਮੰਗਵਾਈ ਸਿੰਘ ਤੋਂ, ਤੇ ਫੀਮ ਦਾ ਭੋਰਾ ਉਹਨਾਂ ਨੂੰ ਦਿੱਤਾ, ਆਪ ਸ਼ਕੀ ਤੇ ਜੰਗਲਾਂ ਵੱਲ ਨੂੰ ਤੁਰ ਗਏ। ਜਦੋਂ ਨੇ ਇੰਨੀ ਗੱਲ ਕਹੀ ਤੇ ਮੈਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਕਿ ਤੇਰੀ, ਮੈਂ ਕਹਿ ਨਹੀਂ ਸਕਿਆ ਉੱਥੋਂ ਕਿ ਤੇਰੀ ਹਿੰਮਤ ਕਿਵੇਂ ਪਈ ਮੇਰੇ ਗੁਰੂ ਨੂੰ ਤੂੰ ਫੀਮਚੀ ਦੱਸ ਰਹੇ ਹੈ। ਮੈਂ ਫਰੰਟ ਦੇ ਵਿੱਚ ਖੜਾ ਸੀ, ਖੜਾ ਹੋ ਗਿਆ, ਮੈਂ ਖੜਾ ਹੋ ਕੇ ਵਾਪਸ ਆ ਗਿਆ। ਜਿੱਥੇ ਬਾਹਰ ਪਰਚੀਆਂ ਕਰਦੇ ਨੇ ਉੱਥੇ ਆ ਕੇ ਮੈਂ ਖੜ ਗਿਆ। ਮੈਂ ਕਿਹਾ ਵੀ ਇਹਨੂੰ ਦਰਬਾਰ ਹਾਲ ਚੋਂ ਬਾਹਰ ਨਹੀਂ ਜਾਣ ਦੇਣਾ। ਜਦੋਂ ਕਥਾ ਕਰਕੇ ਵਾਪਸ ਆਏ, ਮੈਂ ਕਥਾ ਉਹਨਾਂ ਦੀ ਸੁਣ ਵੀ ਲਈ ਬਾਅਦ ਦੇ ਵਿੱਚ। ਉਹ ਕਹਿ ਰਹੇ ਸੀ ਕਿ ਮੈਂ ਨਹੀਂ ਕਹਿ ਰਿਹਾ, ਇੱਕ ਲਿਖਾਰੀ ਕਹਿ ਰਿਹਾ, ਭਾਵੇਂ ਕਵੀ ਸੰਤੋਖ ਸਿੰਘ ਹੈ, ਭਾਵੇਂ ਗਿਆਨੀ ਗਿਆਨ ਸਿੰਘ ਹੈ। ਕਹਿੰਦੇ ਜੇ ਉਹ ਫੀਮ ਖਾਂਦੇ ਸੀ ਤੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਫੀਮਚੀ ਦੱਸਦਾ, ਜੇ ਉਹ ਕੋਈ ਭੰਗ ਖਾਂਦਾ ਸੀ ਲਿਖਾਰੀ ਤੇ ਉਹਨੂੰ ਗੁਰੂ ਸਾਹਿਬ ਨੂੰ ਭੰਗ ਪੀਣ ਵਾਲਾ ਦੱਸਦਾ। ਜਦੋਂ ਵਾਪਸ ਆਏ ਤੇ ਹਾਂ ਕਾਲ ਲੈ ਸਕਦੇ ਹਾਂ ਕਾਲ ਜੀ ਆਪਾਂ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਅਸੀਂ ਨਾ ਆਪ ਨਹੀਂ ਨਾ ਪੜ੍ਹਦੇ ਬਾਣੀ। ਮੈਂ ਤੁਹਾਨੂੰ ਕਹਾਂ ਵੀ ਮੈਂ ਪੜ੍ਹਦਾ, ਮੈਂ ਵੀ ਨਹੀਂ ਪੜ੍ਹਦਾ, ਠੀਕ ਹੈ ਜੀ। ਤੇ ਤਾਂ ਕਰਕੇ ਜਿਹੜੇ ਲੋਕੀ ਸਾਨੂੰ ਦੱਸੀ ਜਾਂਦੇ ਆ ਅਸੀਂ ਉਵੇਂ ਸੋਚੀ ਜਾਂਦੇ ਆ ਜੀ। ਤੇ ਮੈਂ ਵੀ ਹੁਣ ਸੋਚਦਾ, ਮੈਂ ਤੁਹਾਡੀ ਗੱਲਾਂ ਤੋਂ ਮੈਨੂੰ ਇਹ ਲੱਗਿਆ ਵੀ ਸਾਨੂੰ ਬਾਣੀ ਆਪ ਪੜ੍ਹਨੀ ਚਾਹੀਦੀ ਆ, ਪਰ ਅਸੀਂ ਪੜ੍ਹੇ ਨਹੀਂ ਗੇ। ਜੀ ਇਹ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ। ਬਿਲਕੁਲ ਜੀ, ਸਹੀ ਕਿਹਾ ਤੁਸੀਂ। ਪਰ ਤੁਸੀਂ ਇਸ ਬਾਰੇ ਵਿਚਾਰਿਆ, ਸੋਚਿਆ, ਬੜੀ ਚੰਗੀ ਗੱਲ ਆ। ਇੱਕ ਇੱਕ ਕਰਕੇ ਵੀਰ ਜੀ ਸਾਡੀਆਂ ਸਾਰਿਆਂ ਦੀਆਂ ਅੱਖਾਂ ਖੁੱਲਣਗੀਆਂ ਜੀ। ਹਾਂਜੀ ਮੈਂ ਸਮਝਦਾ ਕਿ ਮੈਂ ਕਦੇ ਪਾਠ ਨਹੀਂ ਕੀਤਾ, ਤੁਹਾਨੂੰ ਦੱਸਾਂ ਮੈਂ ਨਹੀਂ ਕੀਤਾ ਹਨਾ। ਤੇ ਪਰ ਮੈਂ ਜਿਵੇਂ ਸਿੱਖੀ ਸਿਧਾਂਤਾਂ ਨੂੰ, ਮੇਰੀ ਜਿਹੜੀ ਸਿੱਖੀ ਸਿਧਾਂਤਾਂ ਨੂੰ ਮੈਂ ਮੰਨਦਾ ਵਾਂ, ਪਰ ਮੈਂ ਕਿਤੇ ਆਪ ਹੀ ਨਾ ਪੜ੍ਹਿਆ। ਹਾਂਜੀ ਵੀਰ ਜੀ, ਤੁਸੀਂ ਇੰਝ ਕਰਿਓ, ਆਨਲਾਈਨ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਦਰਪਣ ਮਿਲ ਜਾਣਗੇ, ਉਹਦੇ ਵਿੱਚ ਬਕਾਇਦਾ ਵਿਆਖਿਆ ਸਹਿਤ। ਸਿਰਫ ਇੱਕ ਜ਼ਿੰਦਗੀ 'ਚ ਏਮ ਬਣਾ ਲਓ, ਟਾਰਗੇਟ ਬਣਾ ਲਓ ਕਿ ਮੈਂ ਆਪਣੀ ਸਾਰੀ ਲਾਈਫ ਦੇ ਵਿੱਚ ਇੱਕ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਪੜ੍ਹਨਾ, ਕਿਸੇ ਤੋਂ ਪੜ੍ਹਾਉਣਾ ਨਹੀਂ। ਠੇਕੇ ਵਾਲਾ ਕੰਮ ਬੰਦ ਕਰੋ, ਠੇਕੇ ਵਾਲਾ ਬੰਦ ਕਰੋ। ਮੈਂ ਤੁਹਾਨੂੰ ਦੱਸਦਾ, ਮੈਂ ਆਪਦੇ ਘਰ ਤੋਂ ਸ਼ੁਰੂ ਕਰਦਾ ਹੁੰਦਾ ਹਰੇਕ ਗੱਲ ਜੀ। ਬਿਲਕੁਲ। ਤੇ ਮੇਰੀ ਮਦਰ ਵੀ
ਉਹ ਨਾਨਕਸਰ ਵਾਲੀਆਂ ਪੋਥੀਆਂ ਪੜ੍ਹਦੀ ਆ ਜੀ ਤੇ ਨਾ ਹਨਾ। ਹਾਂਜੀ ਤੇ ਮੇਰੀ ਉਹ ਨਾ ਹੁਣ ਜਾਨੀ ਹੁਣ ਮੈਂ ਇੰਡੀਆ ਨਹੀਂ, ਮੇਰੇ ਨਾਲ ਇਹ ਸੀਗਾ ਗੱਲਾਂ ਬਾਤਾਂ। ਜੀ ਹੁਣ ਮੈਨੂੰ ਜਾਨੀ ਲੱਗਦਾ ਵਾ ਵੀ ਅਸੀਂ ਗਲਤ ਪਾਸੇ ਸੀਗੇ। ਅਸੀਂ ਸਾਡੇ ਪਿੰਡਾਂ ਕੋਲੇ ਨਾਨਕਸਰ ਆ, ਅਸੀਂ ਉੱਥੇ ਜਾਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਗੱਲ ਏਦਾਂ ਹੈ ਵੀਰ ਜੀ, ਅਸੀਂ ਕਿਸੇ ਦੱਸੀਆਂ ਹੀ ਨਹੀਂ ਸਾਨੂੰ ਗੱਲਾਂ ਇਹ। ਜੀ ਬਿਲਕੁਲ। ਥੈਂਕ ਯੂ ਵੀਰ ਜੀ, ਤੁਸੀਂ ਫੋਨ ਕੀਤਾ ਤੇ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਥੈਂਕ ਯੂ ਜੀ। ਵੀਰ ਜੀ ਤੁਸੀਂ ਹੌਲੇ ਹੌਲੇ ਨਾ ਇੱਕ ਸ਼ਲੋਕ, ਇੱਕ ਦਿਨ ਦਾ ਇੱਕ ਸਫਾ ਵੀ ਬਹੁਤ ਜ਼ਿਆਦਾ ਹੈ, ਇੱਕ ਅੰਗ ਨਹੀਂ, ਇੱਕ ਸ਼ਲੋਕ ਪੜੋ, ਵਿਆਖਿਆ ਸੇ ਤੁਹਾਨੂੰ ਪਤਾ ਲੱਗੇਗਾ ਗੁਰਬਾਣੀ ਕੀ ਕਹਿ ਰਹੀ। ਹਾਂ ਆਪਾਂ ਗੱਲਬਾਤ ਨੂੰ ਅੱਗੇ ਤੋਰੀਏ। ਜੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਆਉਣ ਲੱਗੇ ਤੇ ਮੈਂ ਉੱਥੇ ਰੋਕ ਲਿਆ। ਮੈਂ ਕਿਹਾ ਭਾਈ ਸਾਹਿਬ ਜੀ ਰੁਕੇ ਹੋ। ਮੈਂ ਫਤਿਹ ਬੁਲਾਈ। ਫਤਿਹ ਬੁਲਾਉਣ ਤੋਂ ਬਾਅਦ ਮੈਂ ਕਿਹਾ ਜੀ ਮੈਂ ਅੱਗੇ ਨਹੀਂ, ਕਹਿੰਦੇ ਮੇਰੇ ਜੋੜੇ ਪਾ ਲੈਣੇ। ਮੈਂ ਕਿਹਾ ਨਹੀਂ ਜੀ, ਮੈਂ ਤੁਹਾਡੇ ਨਾਲ ਇੱਥੇ ਗੱਲ ਕਰਨੀ ਹੈ ਗੁਰੂ ਸਾਹਿਬ ਦੀ ਹਜ਼ੂਰੀ 'ਚ। ਤੁਸੀਂ ਮੇਰੇ ਪਿਓ ਨੂੰ ਅਫੀਮ ਖਾਣ ਵਾਲਾ ਕਿਹਾ, ਤੁਹਾਡੀ ਹਿੰਮਤ ਕਿਵੇਂ ਪਈ? ਵਾਹ, ਉਹ ਬੰਦਾ ਇੰਨਾ ਖੁਸ਼ ਹੋਇਆ, ਮੈਨੂੰ ਉਹਨੇ ਜੱਫੀ ਪਾ ਲਈ ਜ਼ੋਰ ਕੇ। ਮੈਂ ਕਿਹਾ ਜੀ, ਮੈਨੂੰ ਕਹਿੰਦਾ ਭਾਈ ਸਾਹਿਬ 35 ਸਾਲ ਹੋ ਗਏ ਮੈਨੂੰ ਕਥਾ ਕਰਦੇ ਨੂੰ, ਅੱਜ ਤੱਕ ਮੈਨੂੰ ਕਿਸੇ ਬੰਦੇ ਨੇ ਟੋਕਿਆ ਨਹੀਂ, ਤੁਸੀਂ ਪਹਿਲੇ ਬੰਦੇ ਹੋ। ਜਦੋਂ ਇੰਨੀ ਗੱਲ ਕਰਦੇ ਹੀ ਸੀ ਅਜੇ ਤੇ ਵਿੱਚੋਂ ਇੱਕ ਦੋ ਸਿੰਘ, ਤੁਹਾਡਾ ਨਾਮ ਕੀ ਹੈ? ਨਾਲ ਇੱਕ ਦੋ ਸਿੰਘ ਖੜੇ, ਕਹਿੰਦੇ ਭਾਈ ਸਾਹਿਬ ਇਹ ਕੁਲਦੀਪ ਸਿੰਘ ਨੇ, ਰੇਡੀਓ ਸ਼ੇਰੇ ਪੰਜਾਬ ਵਾਲੇ। ਜਦੋਂ ਜ਼ਿਕਰ ਕੀਤਾ, ਵਾਹ ਜੀ, ਮੈਂ ਤਾਂ ਤੁਹਾਨੂੰ ਲੱਭਦਾ ਫਿਰਦਾ ਸੀ। ਮੈਂ ਕਿਹਾ ਜੀ ਆਓ ਗੱਲ ਕਰੋ, ਪਰ ਮੈਨੂੰ ਇਹ ਸਪਸ਼ਟ ਕਰੋ ਕਿ ਤੁਸੀਂ ਇਹ ਗੱਲ ਕਹੀ ਤਾਂ ਕਹੀ ਕਿਉਂ? ਆਪਾਂ ਕਾਲਰ ਲੈ ਲਈਏ ਕਿ ਗੱਲਬਾਤ ਇਹਨੂੰ ਮੈਂ ਪੂਰੀ ਕਰਨੀ ਚਾਹੁੰਦਾ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨੀਰ ਬੋਲ ਰਹੀ ਹਾਂ ਬ੍ਰੈਂਪਟਨ ਤੋਂ। ਹਾਂਜੀ ਮੇਰਾ ਇੱਕ ਸਵਾਲ ਹੈ। ਮੈਨੂੰ ਕੈਨੇਡਾ ਆਏ ਬੜੇ ਥੋੜੇ ਦਿਨ ਹੋਏ ਨੇ ਹਜੇ, ਹਾਂਜੀ। ਲਾਈਕ ਇਟਸ ਜਸਟ 20 ਡੇਜ਼। ਜੀ ਤੇ ਮੈਂ ਇੱਕ ਚੀਜ਼ ਇੱਥੇ ਨੋਟਿਸ ਕੀਤੀ ਕਿ ਜਿੰਨੇ ਵੀ ਮੈਂ ਜਦੋਂ ਵੀ ਟੀਵੀ ਔਨ ਕਰਦੇ ਆ ਨਾ, ਹਾਂਜੀ ਤੇ ਸਿੱਖੀ ਬਾਰੇ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ। ਹਾਂਜੀ ਤੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਦੀ ਜੋ ਹਾਲਤ ਹੈ ਪੰਜਾਬ 'ਚ ਉਹ ਬਹੁਤ ਮਾੜੀ ਹੈ ਐਂਡ ਆਲ ਨੰਬਰ ਆਫ ਥਿੰਗਸ ਦੇ ਟਾਕ ਅਬਾਊਟ। ਤੇ ਰੀਸੈਂਟਲੀ ਇੱਕ ਨਿਊਜ਼ ਆ ਰਹੀ ਸੀ ਰਾਮ ਮੰਦਿਰ ਵਾਲੀ, ਠੀਕ ਹੈ, ਤੇ ਉੱਥੇ ਲੋਕਾਂ ਨੇ ਮੋਕ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਝੂਠੇ ਨੇ, ਦਿਖਾਵਾ ਕਰਦੇ ਨੇ, ਏਦਾਂ ਕਰਦੇ ਨੇ ਹਿੰਦੂ। ਈਵਨ ਕਿ ਜਿਹੜੇ ਹੋਸਟ ਸੀਗੇ ਚੈਨਲ ਦੇ, ਤਹਿਲਕਾ ਚੈਨਲ ਸਮਥਿੰਗ ਸੀ, ਆਈ ਟੋਲਡ ਯੂ ਆਮ ਨਿਊ ਸੋ ਮੈਨੂੰ ਇੰਨਾ ਆਈਡੀਆ ਨਹੀਂ ਹੈ ਪਰਫੈਕਟਲੀ, ਹੈ ਨਾ। ਹਾਂਜੀ ਤੇ ਹੋਸਟ ਨੇ ਇਹ ਕਿਹਾ ਕਿ ਮੈਂ ਹਿੰਦੂਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ ਲੈ ਕੇ ਆਵਾਂਗਾ ਚੈਨਲ ਦੇ ਉੱਤੇ, ਤੇ ਤੁਸੀਂ ਸਿੱਖ ਹੋ, ਤੁਸੀਂ ਇਹੋ ਜਿਹਾ ਸਵਾਲ ਪੁੱਛਣਾ ਹੈ, ਔਖੇ ਤੋਂ ਔਖਾ ਪੁੱਛਣਾ ਹੈ ਕਿ ਉਹ ਫਸ ਜਾਣ ਤੇ ਏਦਾਂ ਕਰਨ ਜਾਂ ਏਦਾਂ, ਹੈ ਨਾ। ਜੀ ਜੀ ਮੈਂ ਬ੍ਰਾਹਮਣ ਆ, ਰਾਈਟ, ਜੀ। ਬਟ ਮੈਂ ਬਚਪਨ ਤੋਂ ਗੁਰਦੁਆਰਾ ਸਾਹਿਬ ਜਾਂਦੀ ਹਾਂ ਜੀ। ਮੈਨੂੰ ਕਦੀ ਕਿਸੇ ਹਿੰਦੂ ਨੇ ਇਹ ਨਹੀਂ ਕਿਹਾ ਕਿ ਤੂੰ ਗੁਰਦੁਆਰੇ ਜਾਨੀ ਹੈ ਤੇ ਤੂੰ ਮੰਦਿਰ 'ਚ ਨਹੀਂ ਆ ਸਕਦੀ, ਜੀ ਰਾਈਟ। ਮੈਨੂੰ ਇਸ ਚੀਜ਼ ਦਾ ਦੁੱਖ ਹੁੰਦਾ ਹੈ ਕਿ ਮੇਰੇ ਸਿੱਖ ਭਾਈ, ਜਦੋਂ ਕੋਈ ਸਿੱਖ ਮੰਦਿਰ ਜਾਂਦਾ ਹੈ ਉਹਨੂੰ ਏਦਾਂ ਕਿਉਂ ਕਹਿੰਦੇ ਨੇ ਕਿ ਦਿਖਾਵਾ ਕਰਦਾ? ਕਿਉਂ ਇੱਕ ਸਿੱਖ ਹਿੰਦੂ ਧਰਮ ਦੀ ਓਦਾਂ ਰਿਸਪੈਕਟ ਨਹੀਂ ਕਰ ਸਕਦਾ ਜਿੱਦਾਂ ਇੱਕ ਹਿੰਦੂ ਸਿੱਖ ਦੀ ਕਰਦਾ? ਜੀ ਬਿਲਕੁਲ ਜੀ। ਬੀਬਾ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ, ਹੁਣ ਧਿਆਨ ਨਾਲ ਥੋੜ੍ਹਾ ਜਿਹਾ ਸੁਣਿਓ। ਕਦੇ ਵੀ ਗੁਰੂ ਸਾਹਿਬਾਨ ਨੇ ਜਦੋਂ 5 ਪਿਆਰੇ ਲਿਆਂਦੇ ਸੀ, ਉਹਨਾਂ ਦੇ ਵਿੱਚ ਖੱਤਰੀ ਵੀ ਸੀ, ਬ੍ਰਾਹਮਣ ਵੀ ਸੀ, ਨਾਈ ਵੀ ਸੀ, ਛੀਂਬਾ ਵੀ ਸੀ ਤੇ ਜੱਟ ਵੀ ਸੀ। ਜੀ ਬਿਲਕੁਲ। ਸਾਰੀਆਂ ਜਾਤਾਂ ਨੂੰ ਇਕੱਠੇ ਕਰਕੇ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਬੋ ਦਾ ਕਨਸੈਪਟ ਦਿੱਤਾ ਸੀ ਗੁਰੂ ਸਾਹਿਬ ਨੇ। ਜੀ ਬਿਲਕੁਲ। ਮੈਂ ਸ਼ੁਰੂ ਦੇ ਵਿੱਚ ਵੀ ਜ਼ਿਕਰ ਕੀਤਾ ਹੈ, ਤੁਸੀਂ ਸ਼ਾਇਦ ਗੱਲ ਕਰ ਰਹੇ ਹੋ, ਇੱਕ ਅੱਜ ਕੱਲ੍ਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮਨਿੰਦਰ ਬਿੱਟੇ ਦੀ। ਮਨਿੰਦਰ ਬਿੱਟਾ ਜਮਾਂਦਰੂ ਤੌਰ ਤੇ ਸਿੱਖਾਂ ਦੇ ਘਰੇ ਜਨਮੇ ਆ ਤੇ ਉਸ ਦੇ ਉੱਤੇ ਦੋਸ਼ ਲੱਗੇ ਸਨ ਅੰਮ੍ਰਿਤਸਰ ਦੇ ਵਿੱਚ ਕਿ ਸਾਈਕਲ ਚੋਰ ਕੀਤਾ ਸੀ, ਉਹਨੂੰ ਸਾਈਕਲ ਚੋਰ ਕਰਕੇ ਜਾਣਿਆ ਜਾਂਦਾ ਹੈ। ਮੈਂ ਥੋੜਾ ਜਿਹਾ ਬੈਕ ਹਿਸਟਰੀ ਵੱਲ ਜਾਣਾ, ਉਹਦੀ ਬਕਾਇਦਾ 10 ਨੰਬਰੀਆਂ ਦੀ ਉਹਦੀ ਤਸਵੀਰ ਵੀ ਥਾਣਿਆਂ ਦੇ ਵਿੱਚ ਲੱਗੀ ਸੀ। ਬਾਅਦ ਦੇ ਵਿੱਚ ਉਹਨੇ ਹੌਲੇ ਹੌਲੇ ਸਰਕਾਰਾਂ ਨਾਲ ਮਿਲ ਕੇ ਉੱਤੇ ਹਮਲਾ ਹੋਇਆ ਤੇ ਉਹਨੇ ਆਪਣੀ ਸਿਕਿਉਰਿਟੀ ਲਈ ਹੋਈ ਹੈ। ਉਹਨੇ ਜਿਸ ਦਿਨ ਰਾਮ ਮੰਦਿਰ ਭੂਮੀ ਦਾ ਸ਼ੁਰੂਆਤ ਹੁੰਦੀ ਹੈ, ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਮੈਂ ਮੁਬਾਰਕਬਾਦ ਦਿੰਦਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਹੜੇ ਮੁਖੀ ਨੇ, ਮੈਂ ਮੋਹਨ ਭਾਗਵਤ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਕਾਰਜ ਕੀਤਾ। ਮੈਂ ਮੁਬਾਰਕਬਾਦ ਦੇਣਾ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਰਲ ਕੇ 30 ਸਾਲ ਕੰਮ ਕੀਤਾ ਤੇ ਅੱਜ ਉਹ ਅਚੀਵ ਕਰ ਚੁੱਕੇ ਆ। ਮੈਂ ਜਦੋਂ ਵਾਪਸੀ ਆਪਣੇ ਸਿੱਖ ਧਰਮ ਵੱਲ ਆਨਾ, ਕਿ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਮੰਦਿਰ ਤੋਂ ਜਾ ਕੇ ਗੁਰਦੁਆਰੇ ਜਾਂਦੇ ਹੋ ਤੁਸੀਂ ਸਿੱਖ ਨਹੀਂ ਬਣ ਗਏ, ਨਹੀਂ, ਬਲਕਿ ਵਾਹਿਦ ਇੱਕ ਐਸਾ ਧਰਮ ਹੈ ਸਿੱਖ ਧਰਮ ਜਿਹਦੇ ਵਿੱਚ ਜ਼ਿਕਰ ਕੀਤਾ ਹੈ। ਮੈਂ ਪਹਿਲਾਂ ਵੀ ਗੁਰਬਾਣੀ ਦੇ ਸ਼ਬਦ ਵਰਤਿਆ ਸੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵ ਹੈ ਗੁਸਈਆ, ਕੋਈ ਅਲਾ। ਗੁਰਬਾਣੀ ਤਾਂ ਨਾ ਕੋ ਖੱਤਰੀ ਬ੍ਰਾਹਮਣ ਸੂਦ ਵੇ ਸਾਰਿਆਂ ਨੂੰ ਉਪਦੇਸ਼ ਸਾਂਝਾ ਕਰ ਰਹੇ ਆ, ਪਰ ਮੁਸ਼ਕਲ ਇਹ ਆ ਰਹੀ ਹੈ
ਕਿ ਸਾਡੇ ਜਿਹੜੇ ਅੱਜ ਪੈਰੋਕਾਰ ਨੇ ਉਹਨਾਂ ਨੂੰ ਪਤਾ ਨਹੀਂ ਵੀ ਸਿੱਖ ਧਰਮ ਹੈ ਕੀ, ਇਸ ਕਰਕੇ ਮੀਡੀਆ ਦੇ ਵਿੱਚ ਇਹ ਗੱਲ ਆ ਰਹੀਆਂ। ਤੁਹਾਡਾ ਬੱਚਾ ਬਹੁਤ ਬਹੁਤ ਧੰਨਵਾਦ। ਫਸਟ ਟਾਈਮ ਕਿਸੇ ਇਦਾਂ ਸ਼ੋਅ 'ਚ ਕਾਲ ਕੀਤੀ ਹੈ, ਲਾਈਕ ਜਨਰਲੀ ਮੈਂ ਪੋਲੀਟੀਕਲ ਜਾਂ ਕੋਈ ਵੀ ਇਦਾਂ ਦੇ ਰਿਲੀਜੀਅਸ ਬਹੁਤ ਓਪੀਨੀਅਨ ਧੰਨਵਾਦ। ਤੋਂ ਦੂਰ ਰਹਿੰਦੀ ਆ। Thank you, ਬੱਚੇ। ਮੇਰਾ ਸਿਰਫ ਇਹ ਚੀਜ਼ ਹੈ ਕਿ ਐਟਲੀਸਟ ਅਸੀਂ ਸਿੱਖੀ ਨੂੰ ਨਾ, ਜਿਹੜਾ ਸਿੱਖੀ ਦਾ ਮਿਆਰ ਆ ਉੱਥੇ ਰੱਖੀਏ, ਬਿਲਕੁਲ। ਇੰਨੀਆਂ ਨੀਵੀਆਂ ਚੀਜ਼ਾਂ 'ਚ ਨਾ ਆਈਏ। ਜੀ, ਠੀਕ ਬਹੁਤ ਹੈ? ਧੰਨਵਾਦ। ਤੇ ਅਸੀਂ ਪੰਜਾਬੀ ਆ, ਅਸੀਂ ਆਪਣੇ ਆਪ ਨੂੰ, ਆਪਣੇ ਕਲਚਰ ਨੂੰ ਇਦਾਂ ਸੰਭਾਲੀਏ ਕਿ ਛੋਟੀਆਂ ਗੱਲਾਂ ਦੇ ਵਿੱਚ ਨਾ ਆਈਏ। ਬਿਲਕੁਲ ਜੀ, ਬਹੁਤ ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮੱਚ ਸਾਨੂੰ ਫੋਨ ਕਰਨ ਦੇ ਲਈ ਤੇ ਜੀ ਆਇਆਂ ਨੂੰ ਤੁਹਾਨੂੰ ਕੈਨੇਡਾ ਦੇ ਵਿੱਚ ਜਦੋਂ ਮੈਂ ਨਵੇਂ ਜ਼ਿਕਰ ਆਏ ਕਰ ਰਿਹਾ ਸੀ ਗਿਆਨੀ ਜਸਵੰਤ ਸਿੰਘ ਉਹਨਾਂ ਦਾ ਮਿਲਿਆ ਤੇ ਮੈਨੂੰ ਕਹਿਣ ਲੱਗੇ ਕੁਲਦੀਪ ਸਿੰਘ ਬਹੁਤ ਵਧੀਆ ਕੀਤਾ ਤੁਸੀਂ, ਐਟ ਲੀਸਟ ਕਿਸੇ ਬੰਦੇ ਨੇ ਮੈਨੂੰ ਟੋਕਿਆ। ਮੈਂ ਕਿਹਾ ਜੀ ਕਿਉਂ? ਕਹਿੰਦਾ ਮੈਂ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਕਿਹਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਉੱਥੇ ਦਰਬਾਰ ਸਾਹਿਬ ਮੰਜੀ ਹਾਲ, ਦੀਵਾਨ ਮੰਜੀ ਹਾਲ ਦੇ ਵਿੱਚ ਕਰਦਾ, ਮੈਨੂੰ ਉਹ ਕਰਨ ਦਿਓ। ਕਹਿੰਦਾ ਨਹੀਂ ਜੀ, ਸਾਡੀ ਲਗਾਤਾਰ ਲੜੀ ਚੱਲ ਰਹੀ ਹੈ ਪੰਥ ਪ੍ਰਕਾਸ਼ ਦੀ, ਉਹਦੀ ਕਥਾ ਕਰੋ। ਕਹਿੰਦਾ ਜੇ ਦਿਓ ਜਵਾਬ। ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਣ ਰਹੇ ਸੀ, ਰੇਡੀਓ ਸੁਣਦੇ ਤੁਹਾਡੇ ਆਪਣੇ ਟੀਵੀ ਤੇ ਵੀ ਇੱਕ ਆਪਣੇ ਭੈਣ ਦੀ ਕਾਲ ਆਈ ਸੀ ਟੋਰਾਂਟੋ ਤੋਂ ਨਾ ਜੀ, ਉਹਨਾਂ ਨੂੰ ਨਾ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਵਿਸਤਾਰ ਤੇ ਉਹਨਾਂ ਨੂੰ ਕਹਿਣਾ ਜੀ ਦੁਬਾਰਾ ਵੀ ਜਰੂਰ ਸ਼ੋਅ ਸੁਣਿਓ ਤੇ ਉਹਨਾਂ ਨੂੰ ਵੀ ਕਿਉਂ ਵੀ ਥੋੜੀ ਖੋਜ ਕਰਿਓ ਜੀ ਵੀ ਜਿਹੜੀ ਗੁਰਬਾਣੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਆ, ਕਿਉਂ ਕੀਤੀ ਗਈ ਆ। ਜੀ, ਇਹਦੇ ਵਿੱਚ 35 ਭੱਟ ਨੇ। ਇਹਦੇ ਵਿੱਚ ਵੀਰ ਜੀ ਤੁਸੀਂ ਮਾੜਾ ਸ਼ਬਦ ਨੂੰ ਡਿਟੇਲ ਦੇ ਵਿੱਚ ਭੈਣ ਉਹਨਾਂ ਨੂੰ ਸੁਣਾ ਦਿਓ। ਜੀ, ਗੁਰਬਾਣੀ ਭਗਤ ਨਾਮਦੇਵ ਜੀ ਦਾ ਸ਼ਬਦ ਜਿਹੜਾ ਹਿੰਦੂ ਅੰਨਾ ਤੁਰਕੂ ਕਾਣਾ, ਬਿਲਕੁਲ। ਤੇ ਉਹ ਮਾੜਾ ਜਿਹਾ ਵਿਆਖਿਆ ਕਰਕੇ ਭੈਣ ਨੂੰ ਸਮਝਾ ਦਿਓ ਵੀ ਜਿਹੜਾ ਮੋਦੀ ਰਾਮ ਮੰਦਿਰ ਦੀ ਸਿਰਜਣਾ ਕਰ ਰਿਹਾ, ਹਾਂ ਹਾਂ, ਰਮਾਇਣ ਆ ਜਿਹੜੀ ਉਹ ਮਿਥ ਆ, ਮਿਥ। ਹਾਂ, ਇਹ ਪ੍ਰੂਵਨ ਆ ਤੇ ਸਭ ਨੂੰ ਪਤਾ, ਉਹਨਾਂ ਨੂੰ ਵੀ ਪਤਾ ਵੀ ਮਿਥ ਆ, ਵੀ ਇਹ ਕਹਾਣੀ ਲਿਖੀ ਗਈ ਕਹਾਣੀ ਆ। ਉਹਦੇ ਤੇ ਉਹਨਾਂ ਨੂੰ ਰਾਮ ਮੰਦਿਰ ਇਸ਼ੂ ਨਹੀਂ ਹੈਗਾ, ਉਹਨਾਂ ਲਈ ਇਸ਼ੂ ਆ ਉਹਨਾਂ ਨੇ ਦੁਬਾਰਾ ਉਹੀ ਮਨੂ ਸਮ੍ਰਿਤੀ ਵਾਲਾ ਸਿਸਟਮ ਲਾਗੂ ਕਰਨਾ। ਇਹ ਮੈਂ ਭੈਣ ਨੂੰ ਇੱਕ ਚੀਜ਼, ਇਹਨਾਂ ਨੂੰ ਭੈਣ ਖੋਜ ਕਰਨ, ਇਹ ਇੰਨਾ ਕੁ ਤਾਂ ਮਾਈਂਡ ਕਰਦੇ ਆ ਵੀ ਗੁਰਦੁਆਰੇ ਵਾਲੇ ਮੰਦਿਰ ਕਿਉਂ ਨਹੀਂ ਜਾਂਦੇ, ਕਿਉਂਕਿ ਜਿਹੜੀ ਮੰਦਿਰ ਜਾ ਨਹੀਂ ਸਕਦੇ, ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਥਰ ਪੂਜਣ ਨੂੰ ਸਿਰੇ ਤੋਂ ਗੁਰੂ ਨਾਨਕ ਦੇਵ ਜੀ ਨੇ ਖਾਰਜ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜੀ, ਉਹ ਕਹਿੰਦੇ ਨੇ ਵੀ ਜੇ ਪੱਥਰ ਦਾ ਕੀ ਵਧਣਾ ਘਟਣਾ, ਚਾਹੇ ਉਹਨੂੰ ਚੱਕ ਕੇ ਇੱਥੇ ਰੱਖ ਦੋ, ਚਾਹੇ ਨਹਿਰ ਦੇ ਪਰਲੇ ਪਾਸੇ ਰੱਖ ਦੋ, ਜੀ, ਵੀ ਉਹਨੇ ਤਾਂ ਆਪ ਵੀ ਡੁੱਬ ਜਾਣਾ, ਤੁਹਾਨੂੰ ਕੀ ਤਾਰਨਾ। ਸੋ ਇਸ ਕਰਕੇ ਵੀਰ ਜੀ, ਜੇ ਤੁਸੀਂ ਆਪਾਂ ਰਹਾਂਗੇ ਨਾ ਵਿਚਾਲੇ ਜੇ ਗੱਲ ਨੂੰ, ਵਿਚਾਲੇ ਨਹੀਂ, ਇਹ ਬਿਲਕੁਲ ਜਿਹੜੀ ਮਨੂ ਸਮ੍ਰਿਤੀ ਆ, ਬ੍ਰਾਹਮਣਵਾਦ ਆ, ਉਹਨੂੰ ਮੂਲ ਰੂਪ ਚ ਗੁਰੂ ਗ੍ਰੰਥ ਸਾਹਿਬ ਨੇ ਰੱਦ ਕੀਤਾ। ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਹਿੰਦੂ ਪਰਿਵਾਰ ਚ ਪੈਦਾ ਹੋਏ, ਆਪਣੇ 35 ਭੱਟ ਪੈਦਾ ਹੋਏ, ਭਗਤ ਰਵਿਦਾਸ ਜੀ ਹੋਏ, ਇਹ ਵੱਖ-ਵੱਖ, ਕੋਈ ਇਨਸਾਨ ਦਾ ਧਰਮ ਜੀ ਇੱਕ ਆ। ਸਿੱਖ ਨੂੰ ਧਰਮ ਨਾ ਕਹੋ, ਸਿੱਖ ਪੰਥ ਹੈ, ਇੱਕ ਧਰਮ ਇਨਸਾਨ ਦਾ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ ਧਰਮ ਵੱਖਰੇ ਨਹੀਂ ਹੈਗੇ ਜੀ, ਇਹ ਧਰਮ ਨਹੀਂ ਹੈਗੇ। ਭੈਣ ਨੂੰ ਕਹੋ ਮਾੜਾ ਵੀਰ ਜੀ, ਤਾਂ ਹੀ ਮੈਂ ਕਹਿੰਦਾ ਵੀ ਇਹ ਚੀਜ਼ ਤੇ ਦੁਬਾਰਾ ਗੱਲ ਹੋਣੀ ਚਾਹੀਦੀ ਹੈ। ਨਹੀਂ ਜ਼ਰੂਰ ਜੀ, ਇਹ ਜ਼ਰੂਰੀ ਹੈ। ਇਹਦੇ ਉੱਤੇ ਮੈਂ ਵੀਰ ਜੀ, ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਕਿ ਜਿਹੜਾ ਭਾਸ਼ਾ ਵਿਭਾਗ ਦੇ ਵਿੱਚ ਜ਼ਿਕਰ ਹੋਇਆ ਕਿ ਦਸ਼ਮੇਸ਼ ਪਾਤਸ਼ਾਹ ਨੇ ਰਮਾਇਣ ਲਿਖੀ ਹੈ। ਦਸ਼ਮੇਸ਼ ਪਾਤਸ਼ਾਹ ਗੁਰਬਾਣੀ ਦੇ ਵਿੱਚ 6 ਗੁਰੂ ਸਾਹਿਬਾਨ, ਤਕਰੀਬਨ 35 ਭਗਤ ਤੇ ਭੱਟਾਂ ਦੀ ਬਾਣੀ ਦਰਜ ਹੈ, ਜਿਹਦੇ ਵਿੱਚ ਜਿਹੜਾ ਪਖੰਡਵਾਦ ਹੈ, ਹੁਣ ਬਹੁਤੇ ਲੋਕ ਜ਼ਿਕਰ ਕਰਦੇ ਆ ਗੁਰੂ ਨਾਨਕ ਪਾਤਸ਼ਾਹ। ਮੈਂ ਕੱਲ ਇੱਕ ਵੀਰ ਨੂੰ ਸੁਣ ਲਿਆ ਸੀ, ਸ਼ਾਇਦ ਨਾਮਧਾਰੀਆਂ ਦੇ ਮੁਖੀ ਨੇ ਇਸ ਵੇਲੇ, ਸਤਿਗੁਰੂ ਜੀ, ਉਹ ਜ਼ਿਕਰ ਕਰ ਰਹੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਤਾਂ ਹਿੰਦੂ ਹੋਏ ਨੇ, ਸਾਨੂੰ ਹਿੰਦੂ ਅਖਵਾਉਣ ਦੇ ਵਿੱਚ ਕੀ ਫਰਜ਼ ਹੈ? ਜੇ ਹਿੰਦੂ ਪਰਿਵਾਰ ਦੇ ਵਿੱਚ ਜਨਮੇ ਨੇ, ਪਰ ਉਹਨਾਂ ਨੇ ਉਹਨਾਂ ਰਹੁ ਰੀਤਾਂ ਨੂੰ ਐਕਸੈਪਟ ਨਹੀਂ ਕੀਤਾ। ਜਦੋਂ ਜਨੇਊ, ਇਹ ਜਨੇਊ ਜੀ ਕਹੇ ਤਾਂ ਪਾਂਡੇ ਘੱਤ ਦਾ ਜ਼ਿਕਰ, ਪੰਡਤ ਦੀ ਬਾਹ ਫੜ ਲਈ ਸੀ ਕਿ ਤੂੰ ਮੇਰੇ ਗੱਲ ਦੇ ਵਿੱਚ ਜਨੇਊ ਪਾ ਰਿਹਾ, ਮੇਰੀ ਭੈਣ ਦੇ ਕਿਉਂ ਨਹੀਂ, ਮੇਰੀ ਮਾਂ ਦੇ ਕਿਉਂ ਨਹੀਂ, ਮੇਰੀ ਮਾਂ ਦੇ ਕਿਉਂ ਨਹੀਂ। ਜਿਹੜਾ ਸ਼ੂਦਰ ਕੋਈ ਉਸ ਵੇਲੇ, ਜਿਹੜੀ ਮੇਰੇ ਹਿੰਦੂ ਵੀਰ ਨੇ ਉਹਨਾਂ ਦੀਆਂ ਬਾਣੀਆਂ ਸਨ, ਉਹਨਾਂ ਨੂੰ ਸੁਣਦਾ ਸੀ, ਕੰਨਾਂ ਦੇ ਵਿੱਚ ਮਨੂ ਸਿਮਰਤੀਆਂ ਪੜ੍ਹ ਕੇ ਦੇਖੋ, ਕੰਨਾਂ ਦੇ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ ਸੀ। ਪਰ ਮੇਰੇ ਪਾਤਸ਼ਾਹ ਨੇ ਕਿਹਾ ਨਹੀਂ, ਇਹਦੇ ਵਿੱਚ ਨਾਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣੇ ਆਈ। ਮੇਰੇ ਤਾਂ ਸਾਰੇ ਸੰਗੀ ਨੇ, ਮੇਰੇ ਤਾਂ ਸਾਰੇ ਮਿੱਤਰ ਨੇ, ਮੇਰੇ ਤਾਂ ਸਾਰੇ ਪਿਆਰੇ ਨੇ। ਉਹਨਾਂ ਨੇ ਗਲਵਕੜੀ ਪਾ ਕੇ ਇੱਕੋ ਖੰਡੇ ਬਾਟੇ ਦੇ ਵਿੱਚ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਉਹਨਾਂ ਨੂੰ ਵੀ ਇਕੱਠੇ ਕੀਤਾ, ਜਿਹਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਮੈਂ ਵੀਡੀਓ ਦੇਖ ਰਿਹਾ ਸੀ, ਇੱਕ ਪਿੰਡ ਦੇ ਵਿੱਚ, ਭਾਰਤ ਦੇ ਵਿੱਚ ਕੋਈ ਪਿੰਡ ਹੈ, ਉੱਥੇ ਬ੍ਰਾਹਮਣਾ ਦਾ ਬੜਾ ਵੱਡਾ ਪਿੰਡ ਹੈ। ਮੈਂ ਕਹਿੰਦਾ ਚੰਗੀ ਗੱਲ ਹੈ, ਹਰੇਕ ਦਾ ਆਪਣਾ ਆਪਣਾ ਵਿਚਾਰ ਹੈ, ਸੋਝੀ ਹੈ।
ਇੱਕ ਸ਼ੂਦਰ ਉੱਥੇ ਆ ਗਿਆ, ਸ਼ੂਦਰ ਨੂੰ ਕਹਿੰਦੇ ਆ ਜੁੱਤੀ ਚੱਕ ਤੇ ਜੁੱਤੀ ਦੇ ਵਿੱਚ ਪਾਣੀ ਪੀਣਾ। ਵੀਡੀਓ ਬੜੀ ਵਾਇਰਲ ਹੋਈ ਆ। ਜੀ ਕਿਉਂ? ਵਾਏ ਉਹ ਪ੍ਰਮਾਤਮਾ ਦਾ ਜੀਵ ਨਹੀਂ, ਪ੍ਰਮਾਤਮਾ ਦਾ ਜੀਵ ਹੈ। ਸੋ ਇਸ ਕਰਕੇ ਜਿਹੜਾ ਰਾਮ ਜਨਮ ਭੂਮੀ ਦਾ ਉਦਘਾਟਨ ਹੋਇਆ, ਮੈਂ ਫੇਰ ਕਹਿਣਾ, ਮੈਂ ਹਿੰਦੂ ਵੀਰਾਂ ਨੂੰ ਮੁਬਾਰਕਬਾਦ ਦਿੰਦਾ। ਮੇਰੇ ਵੱਲੋਂ ਪਰਸਨਲ ਕੁਲਦੀਪ ਸਿੰਘ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਜਿਸ ਪਲਾਨਿੰਗ ਦੇ ਨਾਲ, ਜਿਸ ਸਟ੍ਰੈਟਜੀ ਦੇ ਨਾਲ ਕੰਮ ਕੀਤਾ ਹੈ, ਇਸ ਉਮੀਦ ਦੇ ਨਾਲ ਕਿ ਘੱਟੋ ਘੱਟ ਸਾਡੇ ਸਿੱਖ ਲੈਣ ਤੁਹਾਡੇ ਤੋਂ, ਸਿੱਖ ਲੈਣ, ਸਿਰ ਵਰਤਣ, ਸਿਰ ਦੇਣ ਨਾ। ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਸਿਰ ਦੇਣ ਨੂੰ ਤਿਆਰ ਹੋ ਜਾਂਦੇ ਹਾਂ। ਮੈਂ ਤਾਂ ਸਿਰ ਵਢਾ ਦੂੰਗਾ, ਮੇਰਾ ਤਾਂ ਸਿਰ ਤਿਆਰ ਹੈ। ਕੁਰਬਾਨੀ ਦੇਣ ਨੂੰ ਅਸੀਂ ਫਟਾਫਟ ਮੂਹਰੇ ਹੋ ਜਾਂਦੇ ਹਾਂ। ਇਹਨੂੰ ਵਰਤਣਾ ਹੈ, ਇਹਨੂੰ ਵਰਤਣਾ ਹੈ। ਜੇ ਵਰਤੋਗੇ ਨਹੀਂ ਫਿਰ ਤਾਂ ਜੋ ਹੋ ਰਿਹਾ ਤੁਹਾਡੇ ਨਾਲ ਹੁੰਦਾ ਆ ਰਿਹਾ। ਫਿਰ 1984 ਦਾ ਕਤਲੇਆਮ ਵੀ ਹੋਏਗਾ ਤੁਹਾਡੇ ਨਾਲ, ਫਿਰ ਤੁਹਾਡੇ ਨਾਲ ਦਰਬਾਰ ਸਾਹਿਬ ਤੇ ਹਮਲੇ ਵੀ ਹੋਣਗੇ, ਕਿਉਂਕਿ ਸਿਰ ਵਰਤਿਆ ਨਹੀਂ, ਸਿਰ ਨੂੰ ਯੂਜ਼ ਨਹੀਂ ਕੀਤਾ। ਸਿੱਖ ਨੇ ਸਿੱਖਿਆ ਗੁਰ ਵਿਚਾਰ, ਗੁਰੂ ਦੇ ਵਿਚਾਰ ਦੀ ਤਾਂ ਸਿੱਖਿਆ ਲਈ ਨਹੀਂ। ਜੇ ਲਈ ਹੁੰਦੀ, ਗੁਰਦੁਆਰਿਆਂ ਦੇ ਵਿੱਚ ਪਹਿਲਾ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਜਾਣਾ ਚਾਹੀਦਾ ਸੀ, ਕਿਸੇ ਹੋਰ ਗ੍ਰੰਥ ਦੀ ਵਿਆਖਿਆ 1429 ਪੰਨਿਆਂ ਤੋਂ ਇਲਾਵਾ ਨਹੀਂ ਹੋਏਗੀ। ਆ ਸਿੱਖ ਰਹਿਤ ਮਰਿਆਦਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਇਹ ਪੂਰਨ ਤੌਰ ਤੇ ਲਾਗੂ। ਉਹ ਲੱਗੇ ਹੋਏ ਨੇ, ਸੁਣੇ ਗੁੰਗ ਜੋ ਜਾਂ ਸੁਰਸਨਾ ਭਾਵਾਈ, ਪਤਾ ਨਹੀਂ ਕਿਹੜੇ ਗੁੰਗ ਦੀ ਗੱਲ ਕਰ ਰਹੇ ਨੇ, ਪਤਾ ਹੀ ਨਹੀਂ। ਮੁਬਾਰਕ ਹੈ, ਮੈਂ ਕਹਿ ਰਿਹਾ ਉਹਨਾਂ ਵੀਰਾਂ ਨੂੰ ਮੁਬਾਰਕ ਹੈ, ਉਹਨਾਂ ਦੇ ਗ੍ਰੰਥ ਨੇ ਮੁਬਾਰਕ ਹੈ। ਪਰ ਜਦੋਂ ਤੁਹਾਡੇ ਗ੍ਰੰਥਾਂ ਦਾ ਹਵਾਲਾ ਇਹਨਾਂ ਅਦਾਲਤਾਂ 'ਚ ਜਾ ਕੇ ਦਿੱਤਾ ਜਾਏਗਾ, ਫਿਰ ਤੁਹਾਡੇ ਬੱਚਿਆਂ ਨੇ, ਤੁਹਾਡੀ ਨੈਕਸਟ ਜਨਰੇਸ਼ਨ ਨੇ ਤੁਹਾਨੂੰ ਵਾਰ-ਵਾਰ ਲਾਂਤਾਂ ਪਾ ਕੇ ਪੁੱਛਣਾ ਹੈ ਕਿ ਤੁਸੀਂ ਕੀ ਕਰਦੇ ਰਹੇ ਹੋ। ਅੱਜ ਸ਼ਹੀਦ ਮੇਵਾ ਸਿੰਘ ਦੀ ਗੱਲਬਾਤ ਕਰ ਰਹੇ ਹਾਂ, ਕਿ ਬੇਲਾ ਸਿੰਘ ਦਾ ਜ਼ਿਕਰ ਨਹੀਂ ਹੁੰਦਾ? ਬੇਲਾ ਸਿੰਘ ਦਾ ਜ਼ਿਕਰ ਵੀ ਹੁੰਦਾ ਹੈ ਕਿ ਬੇਲਾ ਸਿੰਘ ਉਹ ਬੰਦਾ ਸੀ ਜਿਹੜਾ ਸਰਕਾਰ ਦੀ ਬਕਾਇਦਾ ਖੁਫੀਆ ਜਾਣਕਾਰੀ ਸਿੱਖਾਂ ਦੀ ਲੈ ਕੇ ਸਰਕਾਰਾਂ ਨੂੰ ਦਿੰਦਾ ਸੀ। ਜੀ ਬਿਲਕੁਲ ਜੀ, ਬਹੁਤ ਵਧੀਆ। ਇਸ ਟੌਪਿਕ ਨੂੰ ਅਸੀਂ ਫਿਰ ਕਿਸੇ ਦਿਨ ਡੀਟੇਲ ਦੇ ਵਿੱਚ ਕਰਾਂਗੇ ਤੇ ਪਰ ਥੈਂਕ ਯੂ, ਅੱਜ ਜਿਹੜਾ ਸਾਡਾ ਹੁਣ ਸਮਾਂ ਹੋ ਗਿਆ ਜਾਣ ਦਾ, ਔਰ ਮਾਫੀ ਚਾਹੁੰਦੇ ਹਾਂ, ਕਾਲ ਵੀ ਨਹੀਂ ਲੈ ਸਕਦੇ। ਕੀ ਕਹਿਣਾ ਚਾਹੁੰਦੇ ਕਾਲਰਸ ਨੂੰ? ਜਿਹੜੇ ਵੀ ਸਤਿਕਾਰਯੋਗ ਸਾਡੇ ਦਰਸ਼ਕ ਨੇ, ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਅਖੀਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਿਓ। ਜਿਹੜੇ ਰਾਮ ਦਸ਼ਰਥ ਦੇ ਪੁੱਤਰ ਦਾ ਜ਼ਿਕਰ ਆਉਂਦਾ ਹੈ, ਉਹ ਗੁਰਬਾਣੀ ਦੇ ਵਿੱਚ ਆਇਆ। ਰੋਵੈ ਰਾਮ ਨਿਕਾਲਾ ਭਇਆ, ਮੈਂ ਜ਼ਿਕਰ ਕੀਤਾ ਬਕਾਇਦਾ ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਕਿਹਾ ਉੱਥੇ ਰਾਮਚੰਦਰ ਸ਼੍ਰੀ ਦਸ਼ਰਥ ਜੀ ਦੇ ਪੁੱਤਰ ਦਾ ਜ਼ਿਕਰ ਆਉਂਦਾ ਹੈ। ਪਰ ਜਿਹੜਾ ਬਾਕੀ ਰਾਮ ਹੈ ਗੁਰਬਾਣੀ ਦੇ ਵਿੱਚ, ਉਹ ਰਮਿਆ ਹੋਇਆ ਹਰ ਕਣ ਕਣ ਦੇ ਵਿੱਚ, ਹਰ ਜੀਵ ਦੇ ਵਿੱਚ। ਇਹ ਸਾਨੂੰ ਸਮਝਣ ਦੀ ਲੋੜ ਹੈ। ਗੁਰਬਾਣੀ ਕਿਸੇ ਠੇਕੇਦਾਰ ਤੋਂ ਨਾ ਪੜਵਾਇਓ, ਮੇਰੀ ਇਹ ਬੇਨਤੀ ਹੈ। ਗੁਰਬਾਣੀ ਨੂੰ ਆਪ ਪੜੋ, ਆਪ ਪੜ੍ਹ ਕੇ ਉਹਨੂੰ ਵਿਚਾਰੋ ਤੇ ਜੀਵਨ ਨੂੰ ਅਮਲੀ ਰੂਪ ਦੇ ਵਿੱਚ ਜਦੋਂ ਲਿਆਓਗੇ, ਫਿਰ ਤੁਸੀਂ ਸਿੱਖ ਬਣੋਗੇ। ਸਿੱਖ ਦਸਤਾਰ ਦਾ ਨਾਂ ਨਹੀਂ, ਸਿੱਖ ਦਾੜੇ ਦਾ ਨਾਂ ਨਹੀਂ, ਸਿੱਖ ਕਿਰਪਾਨ ਦਾ ਨਾਂ ਨਹੀਂ, ਬਿਲਕੁਲ ਨਹੀਂ। ਸਿੱਖ ਹੈ ਜਿਹੜਾ ਗੁਰੂ ਸਾਹਿਬਾਨ ਦੇ ਸ਼ਬਦ ਗੁਰੂ ਦੇ ਨਾਲ ਜੁੜਦਾ ਹੈ। 10 ਪਾਤਸ਼ਾਹੀਆਂ ਤੋਂ ਬਾਅਦ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਡੇ ਮਰੇ ਬੰਦੇ ਨੂੰ ਪੂਜੀ ਜਾਂਦੇ, ਜਿਹੜਾ ਮਰ ਗਿਆ ਕੋਈ ਸਾਧ, ਉਹਦੇ ਖਰੋੜਿਆਂ ਨੂੰ ਪੂਜੀਏ। ਖਰੋੜੇ ਹੀ ਕਹਿੰਦਾ ਮੈਂ ਜੀ, ਚੱਪਲਾਂ ਨੂੰ ਪੂਜੀ ਜਾਂਦੇ। ਅਸੀਂ ਕਿਸੇ ਦਿਨ ਇਸ ਗੱਲ ਦੇ ਉੱਤੇ ਹੋਰ ਗੱਲਬਾਤ ਜ਼ਰੂਰ ਕਰਾਂਗੇ। ਪਰ ਥੈਂਕ ਯੂ ਜੀ ਤੁਹਾਡਾ ਅੱਜ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਮੇਰੇ ਨਾਲ ਕੁਲਦੀਪ ਸਿੰਘ ਜੀ, ਔਰ ਮੇਰੇ ਨਾਲ ਇਹਨਾਂ ਦਾ ਸਾਥ ਹੁੰਦਾ ਮੰਗਲਵਾਰ ਤੇ ਸ਼ੁੱਕਰਵਾਰ। ਸੋ ਅਸੀਂ ਇਹੋ ਜਿਹੇ ਮੁੱਦੇ, ਇਹੋ ਜਿਹੀਆਂ ਗੱਲਾਂ ਲੈ ਕੇ ਡਿਸਕਸ ਤੁਹਾਡੇ ਨਾਲ ਕਰਦੇ ਰਿਹਾ ਕਰਾਂਗੇ। ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਆ, ਤੁਸੀਂ ਵੀ ਸਾਨੂੰ ਹੁੰਗਾਰਾ ਦਿਆ ਕਰੋ। ਤੁਹਾਡੇ ਕੀ ਵਿਚਾਰ ਹੁੰਦੇ ਆ, ਆਓ ਅਸੀਂ ਰਲ ਕੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਨਰੋਲ ਰਾਹ ਤੇ ਚੱਲਣ ਦੀ ਜਿਹੜੀ ਸਿੱਖਿਆ ਦਈਏ, ਨਾ ਕਿ ਉਹ ਇੱਧਰ ਉੱਧਰ ਭਟਕਦੇ ਰਹਿਣ ਕਿ ਉਹਨਾਂ ਨੇ ਕਰਨਾ ਕੀ ਆ ਜ਼ਿੰਦਗੀ ਦੇ ਵਿੱਚ। ਸੋ ਅਸੀਂ ਆਪਣੇ ਧਰਮ ਨੂੰ, ਅਸੀਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਤੇ ਆਪਣੇ ਬੱਚਿਆਂ ਨੂੰ ਵੀ ਉਹੀ ਗਾਈਡ ਕਰੀਏ। ਸੋ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ ਸੋਮਵਾਰ ਨੂੰ। ਤੁਸੀਂ ਰੱਖਿਓ ਖਿਆਲ। ਤੇ ਇੱਕ ਗੱਲ ਹੋਰ, ਅੱਜ ਆਰੀਅਨ ਦਾ ਬਰਥਡੇ ਆ, ਆਰੀਅਨ ਦਿਓਲ ਦਾ 7 ਅਗਸਤ ਹੈ ਅੱਜ। ਸੋ ਜਰੂਰ ਉਸ ਬੱਚੇ ਨੂੰ ਵੀ ਤੁਸੀਂ ਹੈਪੀ ਬਰਥਡੇ ਕਹੋ ਤੇ ਉਸ ਨੂੰ ਆਸ਼ੀਰਵਾਦ ਦਿਓ। ਉਹਨਾਂ ਦਾ ਜਿਹੜਾ ਮਕਸਦ ਸੀ ਡੋਨੇਸ਼ਨ ਦਾ, ਆਲਮੋਸਟ ਪੂਰਾ ਹੋਣ ਵਾਲਾ, ਥੋੜੀ ਜੀ ਡੋਨੇਸ਼ਨ ਹੋਰ ਰਹਿੰਦੀ ਹੈਗੀ ਆ। ਆਓ ਰਲ ਕੇ ਅੱਜ ਉਸ ਦਾ ਬਰਥਡੇ ਆ, ਸੋ ਉਸ ਨੂੰ ਹੈਪੀ ਬਰਥਡੇ ਕਹੀਏ। ਤੁਸੀਂ ਸਾਰੇ ਰੱਖਿਓ ਖਿਆਲ। ਫਿਰ ਮਿਲਦੇ ਆ ਜੀ, ਸਤਿ ਸ਼੍ਰੀ ਅਕਾਲ।
ਸਰੀ ਪੁਲਿਸ ਤਬਦੀਲੀ ਵਸਨੀਕਾਂ ਨੂੰ ਆਪਣੇ ਤੋਂ ਉਲਟ ਦੇ ਰਹੀ ਹੈ, ਜਦੋਂ ਕਿ ਸ਼ਹਿਰ ਨੂੰ 42 ਮਿਲੀਅਨ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।